ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਲੋਕਤੰਤਰ ਦੀ ਤੇ ਲਿਫਾਫਾ ਕਲਚਰ ਦੀ। ਲੋਕਤੰਤਰ ਦਾ ਸਿੱਧਾ ਮਤਲਬ ਹੁੰਦਾ ਜਿੱਥੇ ਲੋਕ ਯਾਨੀ ਕਿ ਵੋਟਰ ਸਭ ਕੁਝ ਤੈਅ ਕਰਦੇ ਨੇ, ਤੇ ਲਿਫਾਫੇ ਦਾ ਸਿੱਧਾ ਮਤਲਬ ਹੈ ਜਿੱਥੇ ਕੁਝ ਰਸੂਖਦਾਰਾਂ ਦਾ ਦਬਦਬਾ ਹੋਵੇ। 9 ਨਵੰਬਰ ਨੂੰ ਆਉਣ ਵਾਲੀ 9 ਤਰੀਕ ਨੂੰ ਐਸਜੀਪੀਸੀ ਦਾ ਇਜਲਾਸ ਸੱਦਿਆ ਗਿਆ ਤੇ 9 ਨੂੰ ਹੀ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ। ਪਰ ਇਸ ਚੋਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ, ਸਾਬਕਾ ਐਸਜੀਪੀਸੀ ਪ੍ਰਧਾਨ ਨੇ, ਉਹਨਾਂ ਨੇ ਚੋਣ ਪ੍ਰਕਿਰਿਆ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਤੇ ਜਿਸ ਲਿਫਾਫੇ ਕਲਚਰ ਦਾ ਜ਼ਿਕਰ ਹੁਣ ਤੱਕ ਵਿਰੋਧੀਆਂ ਦੇ ਵੱਲੋਂ ਕੀਤਾ ਜਾਂਦਾ ਸੀ, ਹੁਣ ਉਸ ਲਿਫਾਫੇ ਕਲਚਰ ਤੋਂ ਬੀਬੀ ਜਗੀਰ ਕੌਰ ਵੀ ਔਖੇ ਨੇ ਤੇ ਕਹਿ ਰਹੇ ਨੇ ਕਿ ਇਹ ਲਿਫਾਫਾ ਕਲਚਰ ਖਤਮ ਹੋਣਾ ਚਾਹੀਦਾ ਹੈ। ਹੁਣ ਸਵਾਲ ਇਹ ਵੀ ਹੈ ਕਿ ਜਦੋਂ ਲਿਫਾਫੇ ਦੇ ਵਿੱਚੋਂ ਬੀਬੀ ਜਗੀਰ ਕੌਰ ਦਾ ਨਾਮ ਨਿਕਲ ਰਿਹਾ ਸੀ ਤਾਂ ਉਸ ਸਮੇਂ ਜਗੀਰ ਕੌਰ ਨੂੰ ਇਹ ਲਿਫਾਫਾ ਕਲਚਰ ਬੁਰਾ ਨਹੀਂ ਲੱਗ ਰਿਹਾ ਸੀ, ਤਾਂ ਹੁਣ ਇਤਰਾਜ਼ ਕਿਉਂ ਹੈ? ਸਵਾਲ ਤਾਂ ਇਹ ਵੀ ਹੈ ਕਿ ਬਾਕੀ ਚੋਣ ਲਿਫਾਫੇ ਦੇ ਜ਼ਰੀਏ ਹੀ ਹੋਣੀ ਹੈ ਜਾਂ ਹੁੰਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕਰ ਰਹੇ ਨੇ ਕਿ ਲੋਕਤੰਤਰ ਹੈ ਐਸਜੀਪੀਸੀ ਦੇ ਵਿੱਚ ਵੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਿ ਐਸਜੀਪੀਸੀ ਦੇ ਵਿੱਚ ਲੋਕਤੰਤਰ ਦਾ ਬੋਲਬਾਲਾ ਹੈ ਜਾਂ ਫਿਰ ਲਿਫਾਫਾ ਕਲਚਰ ਦਾ। ਜਦੋਂ ਅਸੀਂ ਵੀ ਬਣਦੇ, ਮੈਂ ਵੀ 4 ਵਾਰੀ ਬਣੀ ਤਾਂ ਜਦੋਂ ਮੈਨੂੰ ਵੀ 1 ਵਜੇ ਪਤਾ ਲੱਗਦਾ ਹੁੰਦਾ ਸੀਗਾ ਕਿ ਪ੍ਰਧਾਨ ਕੌਣ ਚੁਣਿਆ ਜਾਣਾ। ਪ੍ਰਧਾਨ ਸਾਹਿਬ ਇਸ ਵਾਰੀ ਇਹਨੂੰ ਥੋੜਾ ਚੇਂਜ ਕਰ ਲੈਣ ਤੇ ਲਿਫਾਫਾ ਕਲਚਰ ਜਿਹੜਾ ਆਮ ਲੋਕਾਂ 'ਚ ਵਸਿਆ ਹੋਇਆ ਉਹ ਨਾ ਹੋਵੇ। ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਨੇ। ਪ੍ਰਧਾਨ ਦੀ ਚੋਣ 'ਚ ਲਿਫਾਫਾ ਕਲਚਰ ਨੂੰ ਹਾਵੀ ਦੱਸਦਿਆਂ ਤੁਰੰਤ ਇਸ ਨੂੰ ਬੰਦ ਕਰਨ ਦੀ ਮੰਗ ਰੱਖੀ। ਤਾਂ ਬੀਬੀ ਜਗੀਰ ਕੌਰ ਦੇ ਇਲਜ਼ਾਮਾਂ ਦਾ ਜਵਾਬ ਸੁਖਬੀਰ ਬਾਦਲ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਦਿੱਤਾ ਹੈ। ਸੁਖਬੀਰ ਬਾਦਲ ਨੇ ਅੰਮ੍ਰਿਤਸਰ ਦੇ ਵਿੱਚ ਪੰਥਕ ਇਕੱਠ 'ਚ ਐਲਾਨ ਕੀਤਾ ਕਿ ਅਕਾਲੀ ਦਲ ਤੇ ਐਸਜੀਪੀਸੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ। ਦੋਵੇਂ ਜਥੇਬੰਦੀਆਂ ਡੈਮੋਕ੍ਰੈਟਿਕ ਨੇ ਤੇ ਲੋਕਤੰਤਰਿਕ ਤਰੀਕੇ ਦੇ ਨਾਲ ਹੀ ਦੋਵਾਂ 'ਚ ਲੀਡਰਾਂ ਦੀ ਚੋਣ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ, ਕਿਸੇ ਦਾ ਇਹਦੇ ਤੇ ਕਬਜ਼ਾ ਨਹੀਂ। ਆ ਕੌਮ ਦੀ ਜਾਇਦਾਦ ਹੈ, ਕੌਮ ਦਾ ਕਬਜ਼ਾ ਇਹਦੇ ਤੇ ਹੈ। ਸ਼੍ਰੋਮਣੀ ਅਕਾਲੀ ਦਲ ਵੀ ਡੈਮੋਕ੍ਰੈਟਿਕ ਹੈ। ਸਿੱਖ ਪੰਥ ਬਹਿ ਕੇ ਚੁਣਦੇ ਆ ਕੌਣ ਸੇਵਾ ਸੰਭਾਲੇ, ਉਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। 100 ਸਾਲ ਇਲੈਕਸ਼ਨ ਦੇ ਦੌਰਾਨ ਸਿੱਖ ਸੰਗਤ ਵੋਟਾਂ ਪਾ ਕੇ ਕਮੇਟੀ ਬਣਾਉਂਦੀ ਹੈ, ਸੋ ਕਿਵੇਂ ਕਹਿ ਸਕਦੇ ਕਬਜ਼ੇ? ਬੀਬੀ ਜਗੀਰ ਕੌਰ ਦੇ ਵੱਲੋਂ ਲਿਫਾਫਾ ਕਲਚਰ ਖਿਲਾਫ ਚੁੱਕੀ ਆਵਾਜ਼ ਤੇ ਸੁਖਪਾਲ ਖਹਿਰਾ ਨੇ ਵੀ ਬੀਬੀ ਜਗੀਰ ਕੌਰ ਨੂੰ ਸਵਾਲ ਕੀਤੇ ਨੇ। ਖਹਿਰਾ ਨੇ ਟਵੀਟ ਕਰਦੇ ਲਿਖਿਆ ਕਿ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦਾ ਅਧਿਕਾਰ ਹੈ, ਪਰ ਬੀਬੀ ਜਗੀਰ ਕੌਰ ਨੂੰ ਮੇਰੇ 2 ਸਵਾਲ ਨੇ। ਸਵਾਲ ਨੰਬਰ 1, ਬਾਦਲਾਂ ਦੇ ਲਿਫਾਫਾ ਕਲਚਰ ਦਾ ਵਿਰੋਧ ਕਰਨ ਦੇ ਲਈ 25 ਸਾਲ ਕਿਉਂ ਲੱਗ ਗਏ? ਸਵਾਲ ਨੰਬਰ 2, ਕਿ ਉਹ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਤਾਂ ਕਿ ਐਸਜੀਪੀਸੀ ਨੂੰ ਅਸਿੱਧੇ ਤੌਰ ਤੇ ਬੀਜੇਪੀ ਨੂੰ ਸੌਂਪਿਆ ਜਾ ਸਕੇ। ਅਕਾਲੀ ਦਲ ਦੇ ਵਿਰੋਧੀ ਧੜੇ ਬਹੁਤ ਪਹਿਲਾਂ ਤੋਂ ਹੀ ਐਸਜੀਪੀਸੀ ਪ੍ਰਧਾਨ ਦੀ ਚੋਣ ਲਿਫਾਫਾ ਕਲਚਰ ਦੇ ਰਾਹੀਂ ਹੋਣ ਦੇ ਇਲਜ਼ਾਮ ਲਗਾਉਂਦੇ ਰਹੇ ਨੇ, ਪਰ ਹੁਣ ਜਗੀਰ ਕੌਰ ਦੇ ਵੱਲੋਂ ਵੀ ਅਜਿਹੀ ਇਲਜ਼ਾਮ ਲਾਉਣਾ ਗੰਭੀਰ ਸਵਾਲ ਖੜੇ ਕਰਦਾ ਹੈ। ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਐਸਜੀਪੀਸੀ ਨੇ ਲਿਫਾਫਾ ਕਲਚਰ ਨੂੰ ਮੁੱਢੋਂ ਰੱਦ ਕਰਦਿਆਂ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਨਿਰ ਆਧਾਰ ਤੇ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਤੇ ਖਾਸ ਗੱਲ ਇਹ ਵੀ ਹੈ ਕਿ 9 ਨਵੰਬਰ ਨੂੰ ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਣ ਵਾਲੀ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਬੋਲੇ ਨੇ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਬਹੁਤ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ। ਇਸ ਤੋਂ ਪਹਿਲਾਂ ਵੀ, ਇਸ ਇੰਟਰਵਿਊ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਨੇ ਸਵਾਲ ਚੁੱਕੇ ਸਨ ਜੋ 9 ਤਰੀਕ ਨੂੰ ਇਜਲਾਸ ਸੱਦਿਆ ਗਿਆ ਉਸ ਦੇ ਉੱਤੇ, ਕਿਉਂਕਿ 8 ਤਰੀਕ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਇਹ ਵੀ ਕਿਹਾ ਗਿਆ ਕਿ ਬਹੁਤ ਸਾਰੀ ਸੰਗਤ ਦੂਰ ਹੁੰਦੀ ਹੈ, ਬਹੁਤ ਸਾਰੀ ਸੰਗਤ ਪਾਕਿਸਤਾਨ ਵਿੱਚ ਜਾ ਕੇ ਵੀ ਜਿਹੜੀ ਨਤਮਸਤਕ ਹੋ ਰਹੀ ਹੁੰਦੀ ਹੈ, ਕੁਝ ਮੈਂਬਰ ਵੀ ਗਏ ਹੁੰਦੇ ਨੇ, ਇਸ ਕਰਕੇ ਉਸ ਤਾਰੀਖ ਨੂੰ ਵੀ ਅੱਗੇ ਕੀਤਾ ਜਾਵੇ, ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸੀ। ਪਰ ਸਿੱਧੀ ਗੱਲ ਅੱਜ ਲਿਫਾਫਾ ਕਲਚਰ ਦੀ, ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਤਾਂ ਗੱਲ ਵਿਰੋਧੀ ਕਰਦੇ ਸੀ, ਇਹ ਹੁਣ ਗੱਲ ਅਕਾਲੀ ਦਲ ਦੇ ਵੱਡੇ ਆਗੂ ਕਰ ਰਹੇ ਨੇ। ਐਸਜੀਪੀਸੀ ਦੇ
ਸਾਬਕਾ ਪ੍ਰਧਾਨ ਕਰ ਰਹੇ ਨੇ। ਇਸ ਕਰਕੇ ਇਸ ਦੇ ਉੱਤੇ ਚਰਚਾ ਹੋਣੀ ਜ਼ਰੂਰੀ ਸੀ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਜੋ ਕਿ ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਭਾਈ ਅਮਰਿੰਦਰ ਸਿੰਘ ਜੀ ਜੁੜ ਰਹੇ ਨੇ, ਸਾਬਕਾ ਮੈਂਬਰ ਨੇ ਐਸਜੀਪੀਸੀ ਦੇ। ਬਹੁਤ ਬਹੁਤ ਸਵਾਗਤ ਹੈ ਅਮਰਿੰਦਰ ਸਿੰਘ ਜੀ ਤੁਹਾਡਾ ਵੀ, ਗਰੇਵਾਲ ਸਾਹਿਬ ਤੁਹਾਡਾ ਵੀ। ਸਾਡੇ ਨਾਲ ਕੁਲਦੀਪ ਸਿੰਘ ਜੀ ਜੁੜ ਰਹੇ ਨੇ, ਸਿੱਖ ਬੁੱਧੀਜੀਵੀ ਨੇ, ਤੇ ਇਸ ਦੇ ਨਾਲ ਹੀ ਸਾਡੇ ਨਾਲ ਮਿੱਠੂ ਸਿੰਘ ਕਾਨੇਕੇ ਜੀ ਵੀ ਜੁੜ ਰਹੇ ਨੇ, ਜੋ ਕਿ ਮੈਂਬਰ ਨੇ ਐਸਜੀਪੀਸੀ ਦੇ। ਬਹੁਤ ਬਹੁਤ ਸਵਾਗਤ ਹੈ ਕਾਨੇਕੇ ਜੀ ਤੁਹਾਡਾ ਵੀ, ਔਰ ਕੁਲਦੀਪ ਸਿੰਘ ਜੀ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਐਸਜੀਪੀਸੀ ਦਾ ਰਿਐਕਸ਼ਨ ਸਭ ਤੋਂ ਜ਼ਰੂਰੀ, ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ। ਲੋਕਤੰਤਰ ਹੈ ਜਾਂ ਲਿਫਾਫਾ ਕਲਚਰ ਹੈ, ਇਹ ਬਾਹਰ ਵਾਲੇ ਨਹੀਂ ਪੁੱਛ ਰਹੇ, ਇਹ ਅੱਜ ਤੁਹਾਡੇ ਅੰਦਰੋਂ ਜਿਹੜੀ ਪਾਰਟੀ ਦੇ ਅੰਦਰੋਂ ਆਵਾਜ਼ ਉੱਠੀ ਹੈ, ਉਸ ਤੋਂ ਬਾਅਦ ਸਵਾਲ ਖੜੇ ਹੋ ਰਹੇ ਨੇ। ਤੁਹਾਡੇ ਪ੍ਰਧਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਬੇਸ਼ੱਕ ਇਹ ਕਹਿ ਗਏ ਹੁਣ ਕਿ ਡੈਮੋਕ੍ਰੈਟਿਕ ਨੇ, ਚਾਹੇ ਐਸਜੀਪੀਸੀ ਹੈ ਚਾਹੇ ਅਕਾਲੀ ਦਲ ਹੈ, ਪਰ ਪਾਰਟੀ ਦੇ ਅੰਦਰੋਂ ਆਵਾਜ਼ ਉੱਠ ਰਹੀ ਹੈ ਕਿ ਲਿਫਾਫਾ ਕਲਚਰ ਖਤਮ ਕਰ ਦਿਓ। ਬਹੁਤ ਚੰਗੀ ਗੱਲ ਹੈ ਗੌਰਵ ਜੀ, ਕਿਉਂਕਿ ਸਿੱਖਾਂ ਦੀ ਇੱਕ ਬੜੀ ਮਹਾਨ ਸੰਸਥਾ ਹੈ, ਤੁਸੀਂ ਉਹਦੀ ਕਦਰ ਕਰਦੇ ਹੋ ਤੇ ਅੱਜ ਉਸ ਦੀ ਚੋਣ ਬਾਰੇ ਵਿਚਾਰ ਕਰ ਰਹੇ ਹੋ। ਦੇਖੋ, ਇਹਦੇ ਵਿੱਚ ਜ਼ਿਕਰ ਆਇਆ ਕਿ ਲੋਕਤੰਤਰ ਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪਹਿਲਾਂ ਇਹ ਕਹੀਏ ਵੀ ਇਹ ਜਿਹੜੇ ਮੈਂਬਰ ਆ ਕਿਵੇਂ ਚੁਣੇ ਜਾਂਦੇ ਆ ਜੀ। ਇਹ ਦੇਸ਼ ਦੀ ਹੋਮ ਮਿਨਿਸਟਰੀ ਦੇ ਅੰਡਰ ਆ, ਇਹ ਐਕਟ ਦੇ ਅੰਡਰ ਚੋਣ ਹੁੰਦੀ ਆ, ਤੇ ਚੋਣ ਜਿਹੜੇ ਆ ਅਧਿਕਾਰੀ ਚੁਣੇ ਜਾਂਦੇ ਆ। ਬਿਲਕੁਲ ਜਿਵੇਂ ਬਕਸੇ ਪਹਿਲਾਂ ਚੋਣਾਂ ਹੁੰਦੀਆਂ ਸੀ, ਬਕਸੇ ਬੰਦ ਹੁੰਦੇ ਸੀ, ਉਹਦੀ ਵੋਟਾਂ ਗਿਣਦੀਆਂ ਦੀ। ਐਸਡੀਐਮ ਜਿਹੜਾ ਵਾ ਉਹ ਸਾਡਾ ਜਿਹੜਾ ਮੈਂਬਰ ਚੁਣਿਆ ਜਾਂਦਾ ਉਹਨੂੰ ਸਰਟੀਫਿਕੇਟ ਕਰਦਾ। ਪਹਿਲੀ ਗੱਲ ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਮੰਨ ਲੈਣੀ ਚਾਹੀਦੀ। ਜਿਹੜੇ ਦਰਸ਼ਕ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਲੋਕ ਵੋਟਾਂ ਪਾ ਕੇ ਮੈਂਬਰ ਚੁਣਦੇ ਆ, ਤੇ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ, ਹੇਰਾਫੇਰੀ ਜਾਂ ਕੋਈ ਪਰਚੀ ਜਾਂ ਕੋਈ ਲਿਫਾਫਾ ਨਹੀਂ ਹੈਗਾ। ਉਸ ਤੋਂ ਬਾਅਦ ਜਦੋਂ ਸਾਰੇ ਮੈਂਬਰ ਚੁਣੇ ਜਾਂਦੇ ਆ ਤੇ ਮੈਂਬਰ ਚੁਣਨ ਤੋਂ ਬਾਅਦ ਜਿਵੇਂ 9 ਤਰੀਕ ਦਾ ਇਜਲਾਸ ਆ ਰਿਹਾ, ਉਸ ਇਜਲਾਸ ਦੇ ਵਿੱਚ ਸਾਰੇ ਮੈਂਬਰ ਵੋਟਾਂ ਪਾਉਂਦੇ ਆ। ਹੁਣ ਸਾਡੇ ਬੀਬੀ ਜਗੀਰ ਕੌਰ ਜੀ ਬੜੇ ਸਤਿਕਾਰਯੋਗ ਨੇ, ਪਾਰਟੀ ਦੇ ਸੀਨੀਅਰ ਆਗੂ ਨੇ। ਮੈਨੂੰ ਤਾਂ ਉਹਨਾਂ ਦੇ ਬਾਰੇ ਗੱਲ ਕਰਨੀ ਵੈਸੇ ਹੀ ਨਹੀਂ ਚੰਗੀ ਲੱਗਦੀ, ਕਿਉਂਕਿ ਸਾਨੂੰ ਲੀਡ ਕਰ ਰਹੇ ਨੇ। ਤੇ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਕਿ ਮੈਂ 4 ਵਾਰ ਲਿਫਾਫੇ ਨਾਲ ਚੁਣੀ ਗਈ। ਤੇ ਮੈਨੂੰ ਇਹ ਦੱਸੋ ਕਿ ਲਿਫਾਫਾ ਕਿਹੜਾ ਲਿਫਾਫਾ ਸੀ ਜਿਹੜੇ ਲਿਫਾਫੇ ਨਾਲ ਉਹਨਾਂ ਨੂੰ ਠੋਸ ਦਿੱਤਾ ਗਿਆ? ਉੱਥੇ ਚੋਣ ਹੁੰਦੀ ਬਕਾਇਦਾ, ਜਦੋਂ ਮੈਂਬਰ ਇੱਕ ਮੈਂਬਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ। ਦੱਸੋ ਜੀ ਇਹ ਕੀ ਗੁਨਾਹ ਹੋ ਜਾਏਗਾ ਜੇ ਪਾਰਟੀ ਦਾ ਪ੍ਰਧਾਨ ਜਾਂ ਕੋਈ ਵੀ ਨੁਮਾਇੰਦਾ, 100 ਕਿੰਨੇ 22-23 ਮੈਂਬਰ ਆ ਸਾਡੇ, ਉਹਨਾਂ ਨਾਲ ਅਸੀਂ ਗੱਲ ਕਰਕੇ ਭਾਈ ਦੱਸੋ ਕਿਹਨੂੰ ਤੁਸੀਂ ਪ੍ਰਧਾਨ ਚੁਣਨਾ ਚਾਹੁੰਦੇ ਹੋ? ਪਾਰਟੀ ਦੇ ਅੰਦਰ ਬਹੁਤ ਸਿਆਣੇ ਬੜੇ ਤਜਰਬੇਕਾਰ ਲੋਕ ਆ, ਜਿਵੇਂ ਬੀਬੀ ਜੀ ਨੂੰ 3 ਵਾਰ ਚੁਣਿਆ ਗਿਆ, ਇਸ ਤਰ੍ਹਾਂ ਹੋਰ ਲੋਕਾਂ ਨੂੰ ਸਮੇਂ-ਸਮੇਂ ਚੁਣਿਆ ਗਿਆ। ਸੋ ਪਾਰਟੀ ਵੱਲੋਂ ਇੱਕ ਨੁਮਾਇੰਦੇ ਦੇ ਤੌਰ ਤੇ ਅਸੀਂ ਨੁਮਾਇੰਦਾ ਮੰਨ ਲੈਂਦੇ ਹਾਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ। ਉਹਨਾਂ ਨੇ ਸਾਰਿਆਂ ਨਾਲ ਰਾਇ ਕੀਤੀ, ਇੱਕ ਬੰਦੇ ਨਾਲ ਗੱਲ ਕੀਤੀ, ਉਹ ਬਿਲਕੁਲ ਲੀਕ ਆਊਟ ਨਹੀਂ ਹੋਈ। ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕਿਹਨੂੰ ਚੁਣਨਾ ਚਾਹੁੰਦੇ ਹੋ? ਸੋ ਉਸ ਦਾ ਜਿਹੜਾ ਜਦੋਂ ਸਾਰਾ ਨਿਬੜ ਗਿਆ, ਉਸ ਤੋਂ ਬਾਅਦ ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗ ਹੁੰਦੀ ਆ, ਕਰੀਬ ਉਸ ਮੀਟਿੰਗ ਦੇ ਵਿੱਚ ਦੱਸ ਦਿੱਤਾ ਜਾਂਦਾ ਕਿ ਸਾਡਾ ਆਹ ਜਿਹੜਾ ਬੰਦਾ ਹੋਏਗਾ। ਸੋ ਇਹਨੂੰ ਲਿਫਾਫਾ ਕਹਿਣਾ ਮੈਨੂੰ ਲੱਗਦਾ ਵੀ ਠੀਕ ਹੈ, ਇਸ ਗੱਲ ਨੂੰ ਅਸੀਂ ਡਿਫੈਂਡ ਨਹੀਂ ਕਰ ਸਕੇ, ਇਹ ਸਾਡੀ ਨਾਕਾਮੀ ਹੈ। ਪਰ ਮੈਨੂੰ ਦੱਸੋ ਇਹ ਚ ਕਿਹੜਾ ਲਿਫਾਫਾ ਜੀ? ਹੁਣ ਬੀਬੀ ਜਗੀਰ ਕੌਰ ਜੀ 3 ਵਾਰ ਬਣੇ ਨੇ, ਮੇਰੇ ਹੁੰਦਿਆਂ ਮੇਰੀ ਗਰੇਵਾਲ ਸਾਹਿਬ ਇਤਰਾਜ਼ ਇਸ ਗੱਲ ਦੇ ਉੱਤੇ ਹੁੰਦਾ ਹੈ ਕਿਉਂਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੂਰਾ ਪ੍ਰੋਸੈਸ ਅਪਣਾਇਆ ਗਿਆ, ਪੂਰਾ ਪਾਲਣਾ ਕੀਤੀ ਗਈ, ਸਭ ਮੈਂਬਰਾਂ ਨਾਲ ਗੱਲ ਹੋਈ, ਤੇ ਉਹ ਕਹਿੰਦੇ ਨੇ ਕਿ ਉਹ ਤਾਂ ਬਸ ਰਸਮ ਹੁੰਦੀ ਹੈ, ਇੱਕ ਉਹ ਤਾਂ ਹੁੰਦਾ ਉਹੀ ਹੈ ਕਿ ਜਿਸ ਦੇ ਹੱਕ ਦੇ ਵਿੱਚ ਪ੍ਰਧਾਨ ਸਾਹਿਬ ਜਾ ਕੇ ਖੜਨਗੇ। ਜੇ ਉਹਨਾਂ ਨੇ ਕਹਿ ਦਿੱਤਾ ਜਿਹੜੇ ਬੰਦੇ ਦੇ ਪਾਸੇ ਜਾਣਾ ਹੈ ਤਾਂ ਉੱਥੇ ਹੀ ਜਾ ਕੇ ਲਿਫਾਫੇ ਦੇ ਵਿੱਚੋਂ ਨਾਮ ਨਿਕਲਦਾ ਹੈ, ਸਾਰੇ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਜਾਂ ਖੜਨਾ ਪੈਂਦਾ। ਇਲਜ਼ਾਮ ਤੁਹਾਡੇ ਉੱਤੇ ਲੱਗਦੇ। ਮੈਨੂੰ ਦੱਸੋ ਕਿ ਇਹ ਲੋਕਤੰਤਰ ਨਹੀਂਗਾ? ਇਹ ਲੋਕਤੰਤਰ ਨਹੀਂ ਪਾਰਟੀ ਦਾ ਪ੍ਰਧਾਨ ਕਹਿ ਦੇਵੇ ਕਿ ਇਹਨੂੰ ਬਣਾ ਦਿਓ, ਲਿਫਾਫੇ ਚੋਂ ਨਾਮ ਨਿਕਲਿਆ, ਇਹ ਲੋਕਤੰਤਰ ਹੈ? ਨਹੀਂ, ਕਿਸੇ ਨੇ ਥੋਪਿਆ ਨਹੀਂਗਾ ਜੀ। ਵੋਟ ਪੈਂਦੀ ਆ, ਬਕਾਇਦਾ ਬੈਲਟ ਪੇਪਰ ਦਿੱਤੇ ਜਾਂਦੇ ਆ, ਵੋਟ ਪਰਦੇ ਨਾਲ ਪੈਂਦੀ ਆ, ਉਦੋਂ ਬਾਅਦ ਵੋਟਾਂ ਦੀ ਗਿਣਤੀ ਹੁੰਦੀ ਆ। ਕਾਨੇਕੇ ਸਾਹਿਬ ਪਿਛਲੀ ਵਾਰੀ ਇਲੈਕਸ਼ਨ 'ਚ ਖੜੇ ਹੋਏ ਸੀ, ਹੁਣ ਬੈਠੇ ਨੇ ਕਾਨੇਕੇ ਸਾਹਿਬ, ਇਹਨਾਂ ਨੇ ਚਲੋ ਆਪਣੀ ਪਾਰਟੀ ਦਾ ਪੱਖ ਦੱਸਣਾ, ਮੈਨੂੰ ਮਾੜਾ ਚੰਗਾ ਵੀ ਬੋਲਣਗੇ ਵੀ ਤੂੰ ਇਸ ਤਰ੍ਹਾਂ। ਮੈਂ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੀ ਜਿਹੜੀ ਵਿਰੋਧੀ ਧਿਰ ਸੀ, ਮੈਂ ਵਿਰੋਧੀ ਧਿਰ ਨਹੀਂ ਗਿਰਦਾ ਉਹਨਾਂ ਨੂੰ, ਪਰ ਜਦੋਂ ਇਲੈਕਸ਼ਨ ਆਉਂਦੀ ਆ ਉਹਦੇ 2 ਤਰ੍ਹਾਂ ਹੁੰਦੀਆਂ। ਦੂਜੀ ਧਿਰ ਨੇ ਇਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਇਹਨਾਂ ਨੂੰ ਖੜਾ ਕੀਤਾ। ਹੁਣ ਮੈਨੂੰ ਦੱਸੋ ਜੀ ਵੀ ਇਹਨਾਂ ਦੇ ਜਦੋਂ ਮੀਟਿੰਗ ਹੋਈ ਹੋਣੀ ਆ, ਇਹਨਾਂ ਦੇ ਵਿੱਚ ਉਹ ਐਲਾਨ ਨਹੀਂ ਹੋਇਆ? ਇਹਨਾਂ ਨੇ ਵੀ ਉੱਥੇ ਆ ਕੇ ਐਲਾਨ ਨਹੀਂ ਕੀਤਾ ਨਾ।
ਵੀ ਹਾਂ ਜੀ ਇਹ ਠੀਕ ਹੈ, ਸਾਡਾ ਚਲੋ ਨੁਮਾਇੰਦਾ ਤੁਹਾਡਾ ਹੋਊਗਾ। ਵੈਲਿਡ ਪੁਆਇੰਟ ਹੈ। ਹਾਂਜੀ। ਤੁਸੀਂ ਕਹਿ ਰਹੇ ਹੋ ਕਿ ਦੋ ਪਾਰਟੀਆਂ ਜਾਂ ਦੋ ਧਿਰਾਂ ਉੱਥੇ ਖੜੀਆਂ ਹੋ ਗਈਆਂ ਤਾਂ ਇੱਕ ਆਪਣਾ ਨੁਮਾਇੰਦਾ ਖੜਿਆ ਕਰਦੇ ਨੇ, ਤਾਂ ਇੱਕ ਦੇ ਕੋਲ ਜ਼ਿਆਦਾ ਮੈਂਬਰ ਨੇ, ਤਾਂ ਇੱਕ ਲਾਜ਼ਮੀ ਜੀ ਗੱਲ ਹੈ ਕਿ ਉਹਨਾਂ ਦਾ ਹੀ ਪ੍ਰਧਾਨ ਚੁਣਿਆ ਜਾਣਾ। ਕਾਨੇ ਕੇ ਸਾਹਿਬ ਤੁਹਾਡਾ ਰਿਐਕਸ਼ਨ ਚਾਹੂੰਗਾ। ਕਹਿੰਦੇ ਲੋਕਤੰਤਰ ਹੈ, ਬਿਲਕੁਲ। ਕੌਣ ਕਹਿੰਦਾ ਲੋਕਤੰਤਰ ਨਹੀਂ ਹੈ? ਲਿਫਾਫੇ ਵਾਲੀ ਬਸ ਗੱਲ ਤੋੜ ਦਿੱਤੀ ਗਈ, ਲਿਫਾਫੇ ਵਾਲੀ ਗੱਲ ਹੈ ਕੁਝ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗਰੇਵਾਲ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਸੁਣ ਰਿਹਾ ਸੀਗਾ ਜੀ। ਇਹ ਅਸਲ ਵਿੱਚ ਲਿਫਾਫਾ ਕਲਚਰ ਹੀ ਚੱਲ ਰਿਹਾ ਹੈ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਤਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਦਿਨ ਪਹਿਲਾਂ ਉੱਥੇ ਪਹੁੰਚ ਜਾਂਦੇ ਨੇ। ਸਾਰੇ ਮੈਂਬਰਾਂ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਰਦੇ ਆ ਔਰ ਮੀਟਿੰਗ ਕਰਕੇ ਉਦੋਂ ਬਾਅਦ ਇਹ ਰਾਤ ਨੂੰ ਇਹ ਆਪਦੇ ਕਿਹਨੂੰ ਪ੍ਰਧਾਨ ਬਣਾਉਣਾ ਹੈ, ਕਿਹਨੂੰ ਬਾਕੀ ਅਹੁਦੇਦਾਰ ਬਣਾਉਣਗੇ ਔਰ ਬਾਕੀ ਜਿਹੜੇ ਐਗਜ਼ੈਕਟਿਵ ਮੈਂਬਰ ਕਿਹੜੇ ਉਹ ਇਹ ਰਾਤ ਨੂੰ ਆਪਦੀ ਤੈਅ ਕਰ ਦੇਣ ਉਸੇ ਰਾਤ ਅੰਮ੍ਰਿਤਸਰ ਵਿਖੇ। ਫਿਰ ਉਹ ਲਿਫਾਫਿਆਂ ਵਿੱਚ ਬੰਦ ਕਰਕੇ ਇਹ ਮਤਲਬ ਇਜਲਾਸ ਦੇ ਵਿੱਚ 1 ਵਜੇ ਜਦੋਂ ਇਜਲਾਸ ਸ਼ੁਰੂ ਹੁੰਦਾ ਤਾਂ ਇਹਨਾਂ ਕੋਲੇ ਇਹ ਲਿਫਾਫਾ ਪਹੁੰਚ ਜਾਂਦੇ ਨੇਗੇ। ਜਦੋਂ ਇਹ ਪ੍ਰਧਾਨ ਦਾ ਲਿਫਾਫਾ ਖੋਲ ਦੇਣ ਤਾਂ ਉੱਥੇ ਇਹ ਮਤਲਬ ਪ੍ਰਧਾਨ ਨੂੰ ਇੱਕ ਮੈਂਬਰ ਸਾਹਿਬਾਨ ਪ੍ਰਪੋਜ਼ ਕਰਨ ਦਾ, ਦੂਜਾ ਤਾਇਦ ਕਰਨ ਦਾ, ਤੀਜਾ ਵਜੀਦ ਕਰਨ ਦਾ ਹੈਗਾ। ਇਹ ਇਹਨਾਂ ਦਾ ਪ੍ਰੋਸੈਸ ਹੈ। ਸਾਡਾ ਪ੍ਰੋਸੈਸ ਇਹ ਹੈ, ਅਸੀਂ ਸਾਰੇ ਮੈਂਬਰ ਸਾਹਿਬਾਨ ਜਿਹੜੇ ਇਹ ਬਾਦਲ ਵਿਰੋਧੀ ਮੈਂਬਰ ਆ ਜਿੰਨੇ ਵੀ, ਅਸੀਂ ਤਕਰੀਬਨ ਜੋ ਇਕੱਠੇ ਹੋਣਾ 10 ਵਜੇ ਇਹ ਉਸੇ ਦਿਨ ਹੀ ਇਕੱਠੇ ਹੁੰਦੇ ਆ, ਕਿਉਂਕਿ ਇਜਲਾਸ 1 ਵਜੇ ਸ਼ੁਰੂ ਹੁੰਦਾ ਹੈ। ਅਸੀਂ ਆਪਣੇ ਵਿੱਚੋਂ ਇੱਕ ਮੈਂਬਰ ਨੂੰ ਕਹਿੰਦੇ ਆ ਵੀ ਐਤਕੀ ਇਸ ਮੈਂਬਰ ਨੂੰ ਚੋਣ ਲੜਾਉਣਾ ਹੈ ਜੀ। ਸੋ ਸਾਡਾ ਅਸੀਂ ਫੈਸਲਾ ਜਿਹੜਾ ਉਹ ਜਿਹੜੇ ਵਿਰੋਧੀ ਮੈਂਬਰ ਆ ਅਸੀਂ ਉਹਨਾਂ ਵਿੱਚੋਂ ਕਰਦੇ ਆ। ਇਹਨਾਂ ਦਾ ਫੈਸਲਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜਾ ਲਿਫਾਫਾ ਭੇਜ ਕੇ ਤੁਸੀਂ ਕਹਿ ਰਹੇ ਹੋ ਨਾ ਸਰ, ਇਹਨਾਂ ਨੂੰ 1 ਵਜੇ ਪਤਾ ਲੱਗੇਗਾ। ਤੁਸੀਂ ਕਹਿ ਰਹੇ ਹੋ ਅਕਾਲੀ ਦਲ ਕਹਿੰਦਾ ਹੈ ਜਾਂ ਐਸਜੀਪੀਸੀ ਦੀ ਜਿਹੜੀ ਅਕਾਲੀ ਦਲ ਵਿੰਗ ਹੈ ਉਹ ਅਕਾਲੀ ਦਲ ਕਹਿੰਦਾ ਕਿ ਸਾਡੇ ਦਾ ਪੂਰਾ ਪ੍ਰੋਸੈਸ ਹੁੰਦਾ, ਪ੍ਰਧਾਨ ਸਾਹਿਬ ਸਾਰਿਆਂ ਨਾਲ ਗੱਲਾਂ ਕਰਦੇ ਨੇ, ਸਾਰਿਆਂ ਦੀ ਰਾਏ ਲੈਂਦੇ ਨੇ, ਉਸ ਤੋਂ ਬਾਅਦ ਨਾਮ ਤੈਅ ਕੀਤੇ ਜਾਂਦੇ ਨੇ। ਇਹ ਤਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਨਾ। ਦੇਖੋ ਐਤਕੀ ਪਹਿਲੀ ਵਾਰ ਲਿਫਾਫਾ ਕਲਚਰ ਟੁੱਟਣ ਲੱਗਾ। ਐਤਕੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਜੋ ਸ਼੍ਰੋਮਣੀ ਕਮੇਟੀ ਮੈਂਬਰ ਹੈ ਬੀਬੀ ਜਗੀਰ ਕੌਰ ਜੀ, ਸਾਬਕਾ ਪ੍ਰਧਾਨ ਵੀ ਨੇ, ਉਹਨਾਂ ਨੇ ਪਹਿਲੀ ਵਾਰ ਇਹ ਜੁਰਤ ਕੀਤੀ ਹੈ। ਮੈਂ ਕਹਿੰਦਾ ਅਸੀਂ ਕਹਿੰਦੇ ਵੀ ਇਹ ਚੰਗੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਨੇ ਇਹ ਲਿਫਾਫਾ ਕਲਚਰ ਤੋੜਨ ਦੀ ਵਾਸਤੇ ਪਹਿਲੇ ਹੀ ਆਪਣਾ ਚੋਣ ਲੜਨ ਦਾ ਐਲਾਨ ਕਰਤਾ। ਪਰ ਅੱਜ ਤੱਕ ਪਿਛਲੀਆਂ 6 ਚੋਣਾਂ ਦੇ ਵਿੱਚ 5 ਚੋਣਾਂ ਦੇ ਵਿੱਚ ਕਦੇ ਅਜਿਹਾ ਨਹੀਂ ਹੋਇਆ। 1 ਵਜੇ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਲੱਗਦਾ ਰਿਹਾ ਜੋ ਅਸੀਂ ਵਿਰੋਧੀ ਧਿਰਾਂ ਵੀ ਇਹਨਾਂ ਦੇ ਕਿਸ ਮੈਂਬਰ ਨੂੰ ਜਿਹੜਾ ਪ੍ਰਧਾਨਗੀ ਦੀ ਚੋਣ ਲੜਾਈ ਜਾ ਰਹੀ ਹੈ, ਕਿਹੜੇ ਮੈਂਬਰ ਨੂੰ ਬਾਕੀ ਅਹੁਦੇਦਾਰ ਜਿਹੜੇ ਉਹ ਕਿਹੜੇ ਮੈਂਬਰਾਂ ਦੇ ਆ ਰਹੇ ਨੇਗੇ। ਇਹ ਸਾਨੂੰ ਸਿਰਫ ਤੇ ਸਿਰਫ ਇਜਲਾਸ ਦੇ ਵਿੱਚ ਜਦੋਂ ਅਰਦਾਸ ਹੋ ਜਾਂਦੀ ਹੈ, ਆਰੰਭਤਾ ਅਰਦਾਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਜੋ ਉਹ ਇਹ ਕਿ ਲਿਫਾਫੇ ਖੁੱਲਦੇ ਆ, ਫਿਰ ਸਾਨੂੰ ਪਤਾ ਲੱਗਦਾ। ਨਹੀਂ ਕਾਨੇ ਕੇ ਜੀ, ਗੱਲ ਇਹ ਨਾ ਕਿ ਅਕਾਲੀ ਦਲ ਵਾਲੇ ਤੁਹਾਨੂੰ ਕਿਉਂ ਦੱਸਣਗੇ? ਤੁਹਾਨੂੰ ਤਾਂ ਇਜਲਾਸ ਦੇ ਦੌਰਾਨ ਹੀ ਪਤਾ ਲੱਗੇਗਾ ਕਿ ਕਿਸ ਨੂੰ ਬਣਾਉਣਾ ਹੈ ਜਾਂ ਕਿਸ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਨਾ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ, ਮੈਂ ਗਰੇਵਾਲ ਸਾਹਿਬ ਤੋਂ ਵੀ ਰਿਐਕਸ਼ਨ ਲਵਾਂਗਾ, ਪਰ ਭਾਈ ਅਮਰਿੰਦਰ ਸਿੰਘ ਜੀ ਸਾਡੇ ਨਾਲ ਨੇ, ਮੈਂ ਉਹਨਾਂ ਦਾ ਰੁਖ ਕਰਾਂ। ਸਰ, ਲੋਕਤੰਤਰ ਨਜ਼ਰ ਆਉਂਦਾ ਹੈ ਜਦੋਂ ਪ੍ਰਧਾਨਗੀ ਦੀ ਚੋਣ ਹੁੰਦੀ ਹੈ? ਦੇਖੋ ਦੋਨੋਂ ਭਰਾਵਾਂ ਦੇ ਵਿਚਾਰ ਮੈਂ ਸੁਣੇ ਹੈ। ਮੈਂ ਮੰਨਦਾ ਕਿ ਜੇ ਜਿੱਦੀ ਐਬਸੋਲੂਟ ਮੈਜੋਰਟੀ ਅਕਾਲੀ ਦਲ ਬਾਦਲ ਕੋਲ ਹੈਗੀ ਆ ਉੱਥੇ ਪਿਛਲੇ ਲੰਬੇ ਸਮੇਂ ਤੋਂ, ਤੇ ਇਹ ਐਕਸਪੈਕਟ ਕਰਨਾ ਮਤਲਬ ਬੇਫਜ਼ੂਲੀ ਹੋਏਗਾ ਕਿ ਬਾਦਲ ਪਰਿਵਾਰ ਉੱਥੇ ਕਹਿ ਦੇਵੇ 150 ਬੰਦਿਆਂ ਨੂੰ ਬਈ ਤੁਸੀਂ ਆਪਸ 'ਚ ਗੁੱਥਮ ਗੁੱਥੀ ਹੋ ਜਾਓ ਤੇ ਦੇਖ ਲਓ ਕੀ ਕਰਨਾ ਹੈ। ਸੋ ਉਹ ਇੱਕ ਉਹਨਾਂ ਨੇ ਪ੍ਰੋਸੈਸ ਬਣਾਇਆ ਹੋਇਆ ਹੈ ਕਿ ਬਈ ਉਹ ਪਹਿਲਾਂ ਸਭ ਦੀ ਰਾਏ ਲੈਂਦੇ ਆ, ਤੇ ਕਿਉਂਕਿ ਟਿਕਟਾਂ ਉਹਨਾਂ ਨੇ ਦਿੱਤੀਆਂ ਹੋਈਆਂ ਸਾਰੀਆਂ, ਸਾਰੇ ਉਹਨਾਂ ਦੀ ਮਤਲਬ ਟੀਮ ਹੈ ਇੱਕ ਕਿਸਮ ਦੀ, ਤੇ ਉਸ ਟੀਮ ਨੂੰ ਕਿਵੇਂ ਉਹਨਾਂ ਨੇ ਸੁਚਾਰੂ ਤਰੀਕੇ ਨਾਲ ਚਲਾਉਣਾ ਉਹ ਅਧਿਕਾਰ ਉਹ ਪਹਿਲਾਂ ਲੈ ਲੈਂਦੇ ਆ। ਤੇ ਹਰ ਬੰਦਾ ਉਹਨਾਂ ਨੂੰ ਅਧਿਕਾਰ ਦੇ ਦਿੰਦਾ ਕਿ ਜੀ ਤੁਸੀਂ ਸਾਡੇ ਜੋ ਵੀ ਉਹ ਸੀਨੀਅਰ ਹੋ ਤੇ ਅਸੀਂ ਤੁਹਾਨੂੰ ਅਧਿਕਾਰ ਦੇ ਰਹੇ ਹਾਂ ਕਿ ਤੁਸੀਂ ਜੋ ਸੈਟਲ ਕਰੋਗੇ ਸਾਨੂੰ ਮਨਜ਼ੂਰ ਹੋਏਗਾ। ਤੇ ਇਹਦੇ ਵਿੱਚ ਇੱਕ ਮਤਲਬ ਪਾਰਟੀ ਦੇ ਇੰਟਰਨਲ ਉਹਨਾਂ ਦਾ ਪ੍ਰੋਸੈਸ ਹੈਗਾ, ਉਹਦੇ ਵਿੱਚ ਤੁਸੀਂ ਇਹਨੂੰ ਲਿਫਾਫਾ ਸਮਝ ਲਓ, ਇਸ ਨੂੰ ਪਰਚੀ ਕਲਚਰ ਸਮਝ ਲਓ, ਇਹਨੂੰ ਜੋ ਮਰਜ਼ੀ ਸਮਝ ਲਓ, ਤੇ ਇਹ ਐਕਸਪੈਕਟ ਕਰਨਾ ਹੀ ਮਤਲਬ ਠੀਕ ਨਹੀਂ ਹੋਏਗਾ ਕਿ ਵੀ 150 ਬੰਦਿਆਂ ਨੂੰ ਉਹ ਕਹਿ ਦੇਣ ਵੀ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ ਤੇ ਜੋ ਤੁਹਾਡਾ ਮਨ ਆਉਂਦਾ ਕਰ ਲਓ। ਸੋ ਇਹ ਇੱਕ ਮਤਲਬ ਉਹਨਾਂ ਨੂੰ ਲੂਜ਼ ਨਹੀਂ ਛੱਡਿਆ ਜਾ ਸਕਦਾ। ਇਹ ਹਰ ਪਾਰਟੀ ਦੇ ਵਿੱਚ ਆਪਾਂ ਲਿਫਾਫਾ ਕਲਚਰ ਕਿੱਥੋਂ ਵਰਡ, ਕਿਉਂਕਿ ਬਹੁਤ ਲੰਬੇ ਵੇਲੇ ਤੋਂ ਸੁਣ ਰਹੇ ਹਾਂ, ਤੁਸੀਂ ਵੀ ਸੁਣ ਰਹੇ ਹੋ, ਸਾਰੇ ਸੁਣ ਰਹੇ ਨੇ ਕਿ ਜੇ ਲਿਫਾਫੇ ਵਾਲੀ ਕੋਈ ਗੱਲ ਹੈ ਤਾਂ ਹੀ ਲਿਫਾਫਾ ਕਲਚਰ ਹੈ, ਜਾਂ ਤੁਹਾਨੂੰ ਲੱਗਦਾ ਕਿ ਬਸ ਇੱਕ ਪ੍ਰੋਸੈਸ ਨੂੰ ਹੀ ਲਿਫਾਫਾ ਕਲਚਰ ਨਾਮ ਦੇ ਦਿੱਤਾ? ਦੇਖੋ ਲਿਫਾਫਾ ਤਾਂ ਕਹਿ ਦਿੰਦੇ ਕਿਉਂਕਿ ਇੱਕ ਲਿਫਾਫਾ ਬਣ ਕੇ ਆਉਂਦਾ ਉਹ
ਭਾਵੇਂ ਸਾਰਿਆਂ ਦੀ ਰਾਏ ਨਾਲ ਬਣਿਆ ਹੋਵੇ ਜਾਂ ਉਹਨਾਂ ਦੀ ਮਤਲਬ ਆਪਣੀ ਮਰਜ਼ੀ ਹੋਵੇ, ਤੇ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਬਈ ਆਹ ਬੰਦੇ ਤੁਹਾਨੂੰ ਇਸ ਸਾਲ ਸਾਰੇ ਰਿਪਰੈਜ਼ੈਂਟ ਕਰਨਗੇ। ਸੋ ਇਸ ਚੀਜ਼ ਨੂੰ ਜਦੋਂ ਪਬਲਿਕਲੀ ਜਗੀਰ ਕੌਰ ਕਹਿੰਦੇ ਮੈਨੂੰ ਖੁਦ 1 ਵਜੇ ਪਤਾ ਲੱਗਦਾ ਸੀ ਕਿ ਮੇਰਾ ਨਾਮ ਨਿਕਲਿਆ ਲਿਫਾਫੇ ਦੇ ਵਿੱਚ, ਮੈਨੂੰ ਪ੍ਰਧਾਨ ਬਣਾ ਰਹੇ। ਹੋ ਸਕਦਾ ਉਹਨਾਂ ਨੂੰ ਪਤਾ ਲੱਗਦਾ ਹੋਵੇ, ਉਹਨਾਂ ਦਾ ਨਾਮ ਹੁਣ ਵੀ ਨਿਕਲੇਗਾ। ਅੱਛਾ, ਤੁਹਾਨੂੰ ਲੱਗਦਾ ਕਿ ਹੁਣ ਵੀ ਉਹੀ ਪ੍ਰਧਾਨ ਬਣਨਗੇ? 9 ਤਰੀਕ ਨੂੰ ਉਹਨਾਂ ਦਾ ਨਾਮ ਨਿਕਲੇਗਾ ਉਸੇ ਲਿਫਾਫੇ ਦੇ ਵਿੱਚੋਂ, ਅਸੀਂ ਸਾਰੇ ਦੇਖਾਂਗੇ। ਨਹੀਂ, ਇੰਨੇ ਬਾਗੀ ਸੁਰਾਂ ਦੇ ਬਾਵਜੂਦ ਬਾਗੀ ਕੀ ਹੈ, ਅਜੇ ਤੱਕ ਤਾਂ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਕਿ ਮੈਂ ਖੜਾਂਗੀ। ਉਹਨਾਂ ਨੇ ਤਾਂ ਪਾਰਟੀ ਨੂੰ ਕਹਿ ਰਿਹਾ ਕਿ ਮੈਂ ਲੜਨੀ ਹੈ, ਮੈਨੂੰ ਤੁਸੀਂ ਟਿਕਟ ਦਿਓ। ਇਹ ਟਿਕਟ ਤਾਂ ਮੰਗਦਾ ਹਰ ਬੰਦੇ ਦਾ ਰਾਈਟ ਹੈ, ਤੇ ਉਹ ਥੋੜਾ ਪਬਲਿਕਲੀ ਮੰਗ ਰਹੇ ਹੈ, ਤੇ ਉਹਦੇ ਵਿੱਚ ਸਾਨੂੰ ਮਤਲਬ ਪੂਰੀ ਡਾਇਨਾਮਿਕਸ ਸਮਝਣੀ ਪਏਗੀ, ਜਿਹੜੀ ਬਾਦਲ ਕਲੈਨ ਦੀ ਡਾਇਨਾਮਿਕਸ ਹੈ ਉਹ ਸਮਝਣੀ ਪਏਗੀ ਕਿ ਕਿਉਂ ਕਰਵਾਇਆ ਜਾ ਰਿਹਾ। ਖੁਦ ਹੀ ਮੈਂ ਸਮਝਦਾ ਖੁਦ ਹੀ ਕਰਵਾ ਰਹੇ ਆ ਉਹਨਾਂ ਤੋਂ। ਕੌਣ? ਅਕਾਲੀ ਦਲ ਖੁਦ ਕਰਵਾ ਰਹੇ? ਬਾਦਲ ਫੈਮਿਲੀ ਕਰਵਾ ਰਹੀ ਹੈ ਉਹਨਾਂ ਦਾ ਇਸ ਦੇ ਨਾਲ ਕੀ? ਇਹ ਤਾਂ ਪਾਰਟੀ ਦੇ ਅੰਦਰ ਬਗਾਵਤ ਵਾਲੀ ਇੱਕ ਨਵੀਂ ਚੁਣੌਤੀ ਖੜੀ ਹੋਣ ਵਾਲੀ ਗੱਲ ਹੈ। ਨਹੀਂ, ਕੋਈ ਚੁਣੌਤੀ ਨਹੀਂ ਹੈ, ਸਬਸਾਈਡ ਹੋ ਜਾਏਗੀ ਸਾਰੀ 15-20 ਦਿਨਾਂ 'ਚ। ਜਦੋਂ ਉਹਨਾਂ ਦਾ ਹੀ ਬੰਦਾ ਪ੍ਰਧਾਨ ਬਣ ਜਾਏਗਾ ਤੇ ਜਿਹੜੇ ਆਪੋਜੀਸ਼ਨ ਵਾਲੇ ਆ ਉਹ ਤਾਂ ਉੱਥੇ ਦੇਖਣਗੇ ਵੀ ਹੁਣ ਅਸੀਂ ਖੜਾ ਕਿਹਨੂੰ ਕਰਨਾ ਹੈ। ਨਹੀਂ, ਬੜੀ ਇੰਟਰਸਟਿੰਗ ਗੱਲ ਤੁਸੀਂ ਕਹਿ ਰਹੇ ਹੋ ਕਿ ਆਪਣੇ ਆਪ ਕਰਵਾਇਆ ਜਾ ਰਿਹਾ ਤਾਂ ਕਿ ਨਹੀਂ, ਇਸ ਦਾ ਫਾਇਦਾ ਕੀ ਹੋਏਗਾ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੂੰ? ਇਸ ਦਾ ਕੀ ਫਾਇਦਾ ਕਿ ਉਹਨਾਂ ਦੇ ਖਿਲਾਫ ਕੋਈ ਬੋਲੇ, ਲਿਫਾਫਾ ਕਲਚਰ ਨੂੰ ਲੈ ਕੇ ਬੋਲੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ? ਉਹ ਕਿਉਂਕਿ ਟ੍ਰੈਂਡ ਥੋੜਾ ਚੇਂਜ ਹੋ ਰਿਹਾ ਨਾ ਉਧਰ ਕਾਂਗਰਸ 'ਚ। ਦੇਖੋ ਉਹਨਾਂ ਨੇ ਖੜਗੇ ਖੜਾ ਕੀਤਾ, ਸ਼ਸ਼ੀ ਥਰੂਰ ਖੜਾ ਕੀਤਾ, ਆਪੇ ਹੀ ਖੜੇ ਕੀਤੇ ਤੇ ਇਲੈਕਸ਼ਨ ਕਰਵਾਈ, ਆਪੇ ਬਣਾਤਾ। ਸੋ ਉਦਾਂ ਦਾ ਇੱਕ ਮਤਲਬ ਵੀ ਸਾਡੇ ਵੀ ਬੜੀ ਡੈਮੋਕ੍ਰੇਸੀ ਹੈ, ਤੇ ਕੋਈ ਵੀ ਬੰਦਾ ਜਿਹੜਾ ਆਪਣਾ ਦਾਅਵਾ ਪੇਸ਼ ਕਰ ਸਕਦਾ, ਤੇ ਜਗੀਰ ਕੌਰ ਨੇ ਦਾਅਵਾ ਪੇਸ਼ ਕੀਤਾ ਤੇ ਅਸੀਂ ਮੰਨ ਗਏ ਉਹਦੇ ਦਾਅਵੇ ਨੂੰ। ਅਖੀਰ 'ਚ ਇਹ ਕਰਨਗੇ ਉਹ। ਠੀਕ ਹੈ, ਚਲੋ ਇਹ ਵੀ ਇੰਟਰਸਟਿੰਗ ਹੈ ਜਿਹੜੀ ਤੁਸੀਂ ਇੱਕ ਨਵੀਂ ਥਿਊਰੀ ਦੱਸ ਰਹੇ ਹੋ। ਮੈਂ ਕੁਲਦੀਪ ਜੀ ਦਾ ਰੁਖ ਕਰਦਾ, ਸਿੱਖ ਬੁੱਧੀਜੀਵੀ ਸਾਡੇ ਨਾਲ ਨੇ। ਕੁਲਦੀਪ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਮੇਰਾ ਪਹਿਲਾ ਸਵਾਲ ਉਹੀ ਹੈ ਕਿ ਲੋਕਤੰਤਰ ਨਜ਼ਰ ਆ ਰਿਹਾ ਹੈ ਐਸਜੀਪੀਸੀ ਦੇ ਅੰਦਰ 9 ਤਰੀਕ ਨੂੰ ਚੋਣ ਹੋਣ ਜਾ ਰਹੀ ਹੈ। ਬੀਬੀ ਜਗੀਰ ਕੌਰ ਦੀਆਂ ਸਟੇਟਮੈਂਟਸ ਬਹੁਤ ਸਾਰੇ ਕੁਐਸਚਨ ਖੜੀਆਂ ਕਰਦੀਆਂ ਨੇ, ਖਾਸ ਤੌਰ ਤੇ ਲਿਫਾਫੇ ਵਾਲੀ ਗੱਲ। ਦੇਖੋ ਜੀ, ਗੱਲ ਇਹ ਹੈਗੀ ਆ ਕਿ ਵੈਸੇ ਤੇ ਸਿਆਣਿਆਂ ਨੇ ਕਿਹਾ ਕਿ ਜਦੋਂ ਜਾਗੇ ਤੇ ਉਦੋਂ ਹੀ ਸਵੇਰਾ। ਕਿ ਜਦੋਂ ਆਪਾਂ ਕਿਸੇ ਮਸਲੇ ਦੇ ਉੱਤੇ ਸੁਚੇਤ ਹੋ ਜਾਈਏ ਤੇ ਉਦੋਂ ਹੀ ਚੰਗੀ ਗੱਲ ਆ, ਭਲੀ ਗੱਲ ਆ। ਪਰ ਮਸਲਾ ਹੈਗਾ ਵੀ ਜਾਗੇ ਆ ਕਿ ਨਹੀਂ ਜਾਗੇ। ਇਹ ਜਿਵੇਂ ਅਮਰਿੰਦਰ ਸਿੰਘ ਜੀ ਹੁਣਾਂ ਨੇ ਕਿਹਾ ਵਾ ਵੀ ਅਸਲ ਦੇ ਵਿੱਚ ਇਹ ਵਾਕਿਆ ਹੀ ਇਹ ਸੱਚਾਈ ਹੈਗੀ ਆ ਕਿ ਜਗੀਰ ਕੌਰ ਮੰਗ ਚੁੱਕੀ ਆ ਕਿ ਲਿਫਾਫਾ ਕਲਚਰ ਬੰਦ ਹੋਵੇ। ਜੇ ਤੇ ਕੋਈ ਹੋਰ ਮੈਂਬਰ ਇਸ ਮੁੱਦੇ ਨੂੰ ਚੁੱਕਦਾ ਹੁੰਦਾ ਫੇਰ ਤੇ ਆਪਾਂ ਮਤਲਬ ਉਹਦੇ ਤੇ ਪੂਰਾ ਯਕੀਨ ਕਰ ਸਕਦੇ ਹਾਂ। ਬੀਬੀ ਜਗੀਰ ਕੌਰ ਹੋਣੀ ਆਪ 3 ਵਾਰੀ ਪ੍ਰਧਾਨ ਬਣੇ ਆ, ਔਰ ਉਹਨਾਂ ਨੂੰ ਵੀ ਪਤਾ ਕਿ ਉਹ ਲਿਫਾਫੇ ਦੇ ਵਿੱਚੋਂ ਹੀ ਨਿਕਲੇ ਆ। ਤੋਂ ਨੈਤਿਕ ਤੌਰ ਦੇ ਉੱਤੇ ਬੀਬੀ ਜਗੀਰ ਕੌਰ ਦਾ ਇਹ ਕਹਿਣਾ, ਇਹ ਮਤਲਬ ਕੋਈ ਬਹੁਤੀ ਲੋਕਾਂ ਦੇ ਆਪਾਂ ਕਹਿ ਦਈਏ ਵੀ ਦਿਲਾਂ ਨੂੰ ਗੱਲ ਇਹ ਲੱਗਦੀ ਨਹੀਂ ਹੈਗੀ। ਦੂਜੀ ਗੱਲ ਜਿਹੜੀ ਸਿੱਖ ਸੰਗਤ ਆ, ਸਿੱਖ ਸੰਗਤ ਇਸ ਵੇਲੇ ਮਤਲਬ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਆ, ਫਿਕਰ ਦੇ ਵਿੱਚ ਆ। ਉਹਨਾਂ ਦੀ ਚਿੰਤਾ ਤੇ ਫਿਕਰ ਦਾ ਕਾਰਨ ਇਹ ਆ ਕਿ ਜਿਵੇਂ ਇਸੇ ਸਾਲ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਕਰਨੀ, ਤੇ ਜਿਸ ਤਰੀਕੇ ਦੇ ਨਾਲ ਜਿਹੜੀ ਆਪੋਜੀਸ਼ਨ ਸੀ ਉਹਨੂੰ ਪੂਰੀ ਆਪੋਜੀਸ਼ਨ ਨੂੰ ਚੁੱਕ ਕੇ ਬਾਹਰ ਸੁੱਟਿਆ, ਔਰ ਉਹਦੇ ਤੋਂ ਬਾਅਦ ਰਾਤ 12 ਵਜੇ ਉਹ ਇਲੈਕਸ਼ਨ ਪ੍ਰੋਸੈਸ ਜਿਹੜਾ ਉਹ ਬੰਦ ਹੋਇਆ। ਔਰ ਕੁਝ ਦਿਨਾਂ ਬਾਅਦ ਉਹ ਜਿਹੜੀ ਪੂਰੀ ਦੀ ਪੂਰੀ ਕਮੇਟੀ ਆ ਉਹ ਇੱਕ ਇਹੋ ਜਿਹੀ ਤਾਕਤ ਦੇ ਹੱਥਾਂ ਦੇ ਵਿੱਚ ਚਲੀ ਗਈ ਕਿ ਅੱਜ ਜਿਹੜਾ ਹਰ ਸਿੱਖ ਵਾ ਉਹ ਸੋਚ ਰਿਹਾ ਵਾ ਕਿ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਇਹ ਕਿਤੇ ਪੰਜਾਬ ਦੇ ਵਿੱਚ ਨਾ ਹੋ ਜੇ। ਅੱਜ ਦਾ ਸਿੱਖ ਇਸ ਗੱਲੋਂ ਚਿੰਤਤ ਆ ਵੀ ਜੋ ਦਿੱਲੀ ਦੇ ਵਿੱਚ ਹੋਇਆ ਉਹ ਪੰਜਾਬ ਦੇ ਵਿੱਚ ਨਾ ਆ ਜੇ। ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਵਾ ਉਹਦੇ ਵਿੱਚ ਕਿਸੇ ਦੀ ਵੀ ਦਖਲਅੰਦਾਜ਼ੀ ਜਿਹੜੀ ਤੁਸੀਂ 84 ਦਾ ਜ਼ਿਕਰ ਕਰ ਰਹੇ? ਨਹੀਂ, ਮੈਂ 84 ਦਾ ਜ਼ਿਕਰ ਨਹੀਂ ਕਰ ਰਿਹਾ ਜੀ। ਮੈਂ ਜ਼ਿਕਰ ਕਰ ਰਿਹਾ ਆ 2022 ਜਨਵਰੀ ਦੇ ਵਿੱਚ ਇਲੈਕਸ਼ਨ ਹੋਈ ਆ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਚੁਣਨਾ। ਠੀਕ ਹੈ। ਉਹਦੇ ਤੋਂ ਬਾਅਦ ਜਿਹੜੀ ਮੈਨੇਜਮੈਂਟ ਬਣੀ ਆ ਉਹ ਸਾਰੀ ਦੀ ਸਾਰੀ ਜਿਹੜੀ ਉਹ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਇੱਕ ਵੱਖਰਾ ਵੀ ਬਣਾ ਲਿਆ, ਔਰ ਉਹਨਾਂ ਨੂੰ ਪਿੱਛੋਂ ਕਮਾਨ ਕੌਣ ਕਰ ਰਿਹਾ ਆਪਾਂ ਸਾਰੇ ਜਾਣਦੇ ਆ। ਅੱਜ ਜੇ ਕਿਤੇ ਐਸਜੀਪੀਸੀ ਦੇ ਨਾਲ ਵੀ ਇਦਾਂ ਹੀ ਹੁੰਦਾ ਵਾ, ਅੱਜ ਵੇਖਣ ਨੂੰ ਤੇ ਸਾਰੀਆਂ ਗੱਲਾਂ ਚੰਗੀਆਂ ਲੱਗ ਰਹੀਆਂ, ਹੈ ਵੀ ਚੰਗੀਆਂ ਵੀ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਾ ਨਿਕਲੇ ਮੈਂਬਰ ਚੁਣਨ, ਪਰ ਇਹਦੇ ਪਿੱਛੇ ਕਿਤੇ ਉਹ ਸਾਜ਼ਿਸ਼ ਤੇ ਨਹੀਂ ਆ ਜਿਹੜੀ ਦਿੱਲੀ ਦੇ ਵਿੱਚ ਹੋਈ ਆ। ਕਿਤੇ ਨਾ ਕਿਤੇ ਸਿੱਖਾਂ ਦੀ ਇਹ ਚਿੰਤਾ ਜਿਹੜੀ ਆ ਮਨਾਂ ਦੇ ਵਿੱਚ ਬਣੀ ਹੋਈ। ਤੁਸੀਂ ਖਦਸ਼ਾ ਜਤਾ ਰਹੇ ਹੋ ਕਿ ਬੀਬੀ ਜਗੀਰ ਕੌਰ ਨੂੰ ਸਪੋਰਟ ਹੈ ਤਾਂ ਉਹ ਬੋਲ ਰਹੇ ਨੇ? ਦੇਖੋ ਜੀ, ਉਹ ਤੇ ਸਿੱਖ ਸੰਗਤ ਖਦਸ਼ਾ ਇਹ ਜਤਾ ਰਹੀ ਆ। ਕਿਉਂ ਜਤਾ ਰਹੀ ਆ? ਕਿਉਂਕਿ ਬੀਬੀ ਜਗੀਰ ਕੌਰ ਹੋਣੀ ਪਿਛਲੀ ਵਾਰੀ ਉਹਨਾਂ ਨੇ ਪ੍ਰਧਾਨਗੀ ਛੱਡੀ ਆ, ਉਹਦੇ ਤੋਂ ਪਹਿਲਾਂ 2020 ਦੇ ਵਿੱਚ ਉਹੀ ਪ੍ਰਧਾਨ ਬਣੇ ਨੇ ਨਾ, ਜਾਂ ਤੇ ਜਦੋਂ ਉਦੋਂ ਪ੍ਰਧਾਨ ਉਹਨਾਂ ਨੂੰ ਚੁਣਿਆ ਜਾ ਰਿਹਾ ਸੀ ਉਸ ਵੇਲੇ ਬੋਲਦੇ। ਅੱਜ ਜਦੋਂ ਆਪਾਂ ਸਾਰੇ ਜਾਣਦੇ ਆ ਵੀ ਸ਼੍ਰੋਮਣੀ ਅਕਾਲੀ ਦਲ
ਕਈ ਪਾਸਿਆਂ ਤੋਂ ਕਮਜ਼ੋਰ ਹੋ ਗਿਆ ਵਾ, ਤੇ ਉਸ ਵੇਲੇ ਅਕਾਲੀ ਦਲ ਦੇ ਅੰਦਰੋਂ ਇਹੋ ਜਿਹੀਆਂ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ, ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਕੋਈ ਪੰਥ ਦਾ ਜਾਂ ਸਿੱਖਾਂ ਦਾ ਭਲਾ ਵਾ। ਮੈਨੂੰ ਤੇ ਇਹ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਆ। ਠੀਕ ਹੈ ਗਰੇਵਾਲ ਸਾਹਿਬ, ਦੇਖੋ ਸਾਜ਼ਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਕਿ ਐਸਜੀਪੀਸੀ ਜਾਂ ਅਕਾਲੀ ਦਲ ਨੂੰ ਵੀ ਇਹ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਜਾਂ ਕੋਈ ਹੱਲਾਸ਼ੇਰੀ ਦੇਣ ਵਾਲੀ ਧਿਰ ਖੜੀ ਹੈ ਬੀਬੀ ਜਗੀਰ ਕੌਰ ਦੇ ਪਿੱਛੇ, ਕਿਉਂਕਿ ਕੁਲਦੀਪ ਜੀ ਕਹਿ ਰਹੇ ਕਿ ਸੰਗਤ ਇਹ ਸੋਚ ਰਹੀ ਹੈ, ਖਦਸ਼ਾ ਜਤਾਇਆ ਜਾ ਰਿਹਾ ਕਿ ਦਿੱਲੀ ਵਾਲਾ ਘਟਨਾਕ੍ਰਮ ਪੰਜਾਬ 'ਚ ਨਾ ਹੋ ਜਾਵੇ, ਐਸਜੀਪੀਸੀ 'ਚ ਨਾ ਹੋ ਜਾਵੇ। ਦੇਖੋ ਜੀ, ਬੜਾ ਸਤਿਕਾਰ ਆ ਸਰਦਾਰ ਕੁਲਦੀਪ ਸਿੰਘ ਉਹਨਾਂ ਦਾ, ਜਿੱਡੇ ਹੌਸਲੇ ਤੇ ਜਿੱਡੇ ਜਿਗਰੇ ਨਾਲ ਉਹਨਾਂ ਨੇ ਤਸਵੀਰ ਸਪਸ਼ਟ ਕੀਤੀ ਆ। ਕਿਉਂਕਿ ਮੈਂ ਪਾਰਟੀ ਦੇ ਵਿੱਚ ਇੱਕ ਛੋਟਾ ਜਿਹਾ ਸਿਪਾਹੀ ਆ ਤੇ ਮਤਲਬ ਪਾਰਟੀ ਦੀ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਮੈਂ ਸ਼ਾਇਦ ਇਹ ਗੱਲਾਂ ਖੋਲ ਕੇ ਨਾ ਕਹਿ ਸਕਦਾ, ਪਰ ਜਦੋਂ ਇਹਨਾਂ ਨੇ ਗੱਲ ਕਰ ਹੀ ਦਿੱਤੀ ਆ ਤੇ ਜ਼ਰੂਰ ਇਸ ਗੱਲ ਬਾਰੇ ਵਾਕਿਆ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਵਾਮ ਦੇ ਅੰਦਰ ਅੱਜ ਤੁਸੀਂ ਦੇਖੋ ਕਿ ਅੱਜ ਜਿਹੜਾ ਦਿਨ ਮਨਾਇਆ ਗਿਆ ਉੱਥੇ ਸੰਤ ਸਮਾਜ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਹੋਰ ਵੀ ਜਿੰਨੀਆਂ ਸੰਸਥਾਵਾਂ ਆਈਆਂ ਉਹਨਾਂ ਵੱਲੋਂ, ਖਾਸ ਤੌਰ ਤੇ ਚਲੋ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਇਹ ਗੱਲ ਦੇ ਬਾਰੇ ਜਗਾਇਆ ਗਿਆ, ਸਾਨੂੰ ਚਿਤਾਇਆ ਗਿਆ ਕਿ ਤੁਸੀਂ ਆਪਣੇ ਆਪ ਦੇ ਵਿੱਚ ਇਹ ਸਿਆਸੀ ਰਾਜ ਸੱਤਾ ਦੀਆਂ ਗੱਲਾਂ ਛੱਡੋ ਤੇ ਤੁਸੀਂ ਪੰਥ ਦੀ ਗੱਲ ਕਰੋ। ਜਦੋਂ ਪੰਥ ਦੀ ਗੱਲ ਆਏਗੀ ਉਹਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ, ਉਸ ਨੂੰ ਤੁਸੀਂ ਮਜ਼ਬੂਤ ਕਰੋ। ਰਾਜ ਤਾਂ ਆਉਂਦੇ ਜਾਂਦੇ ਰਹਿੰਦੇ ਆ, ਵਾਕਿਆ ਇਹ ਗੱਲ ਠੀਕ ਆ ਤੇ ਇਸ ਗੱਲ ਲਈ ਸਾਰੇ ਸਹਿਮਤ ਵੀ ਹੋਏ ਨੇ। ਸੋ ਵਾਕਿਆ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੁਝ ਘਟਨਾਕ੍ਰਮ ਚੱਲ ਰਿਹਾ, ਮੈਂ ਸ਼ਬਦੀ ਰੂਪ ਦੇ ਵਿੱਚ ਅੱਜ ਦੀ ਤਰੀਕ 'ਚ ਖੁਲਾਸਾ ਨਹੀਂ ਕਰਾਂਗਾ, ਪਰ ਸਰਦਾਰ ਕੁਲਦੀਪ ਸਿੰਘ ਉਹਨਾਂ ਦੀ ਕਹੀ ਹੋਈ ਗੱਲ ਦੀ ਮੈਂ ਜਿਵੇਂ ਕਹਿੰਦੇ ਨੇ ਪ੍ਰੌੜਤਾ ਜ਼ਰੂਰ ਕਰਦਾ ਕਿ ਜਿਹੜੀ ਇਹ ਗੱਲ ਕਰ ਰਹੇ ਆ ਇਸ ਗੱਲ ਦੇ ਵਿੱਚ ਕੁਝ ਨਾ ਕੁਝ ਵਜਨ ਜ਼ਰੂਰ ਆ ਜੀ। ਮੈਂ ਇਸ ਪੁਆਇੰਟ ਤੇ ਰਹਾਂਗਾ ਪਹਿਲਾਂ, ਪਰ ਕਾਨੇਕੇ ਜੀ ਜ਼ਿਕਰ ਕਰ ਰਹੇ ਸੀ, ਕਹਿੰਦੇ ਨਹੀਂ ਕੋਈ ਲੋਕਤੰਤਰ ਨਹੀਂ, ਕਹਿੰਦੇ ਉੱਥੇ ਪਤਾ ਨਹੀਂ ਲੱਗਦਾ 1-1 ਵਜੇ ਤੱਕ। ਬੀਬੀ ਜਗੀਰ ਕੌਰ ਨੇ ਉਹੀ ਜ਼ਿਕਰ ਕੀਤਾ, ਕਹਿੰਦੇ ਮੈਨੂੰ ਖੁਦ ਨੂੰ ਪਤਾ ਲੱਗਿਆ 1 ਵਜੇ ਕਿ ਮੇਰਾ ਨਾਮ ਲਿਫਾਫੇ ਦੇ ਵਿੱਚੋਂ ਨਿਕਲਿਆ ਤੇ ਮੈਂ ਪ੍ਰਧਾਨ ਬਣਨ ਜਾ ਰਹੀ ਹਾਂ। ਕਾਨੇਕੇ ਵੀ ਉਹੀ ਜ਼ਿਕਰ ਕਰ ਰਹੇ ਸੀ, ਕਹਿੰਦੇ ਉੱਥੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਕੌਣ ਪ੍ਰਧਾਨ ਦੀ ਰੇਸ ਦੇ ਵਿੱਚ ਹੈ, ਕੌਣ ਪ੍ਰਧਾਨ ਬਣੇਗਾ। ਡਾਇਰੈਕਟਲੀ ਲਿਫਾਫਾ ਖੁੱਲਦਾ ਹੈ, ਪਤਾ ਲੱਗਦਾ ਕਿ ਕੌਣ ਪ੍ਰਧਾਨ ਬਣ ਰਿਹਾ। ਸਰਦਾਰ ਅਮਰਿੰਦਰ ਸਿੰਘ ਜੀ ਸਾਡੇ ਵਿਚਕਾਰ ਜਿਹੜੇ ਬੈਠੇ ਨੇ, ਇੱਕ ਸਾਂਝੇ ਬੰਦੇ ਆ ਜਿਨ੍ਹਾਂ ਦਾ ਕੋਈ ਕਿਸੇ ਪਾਰਟੀ ਨਾਲ ਝੁਕਾਅ ਜਾਂ ਲਗਾ ਨਹੀਂ ਹੈਗਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧ ਰਹੇ ਆ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਸਾਨੂੰ ਉਸ ਨੂੰ ਪੂਰਾ ਸਮਝਣਾ ਚਾਹੀਦਾ। ਮੈਂ ਕਹਾਂ ਤੇ ਉਸ ਗੱਲ ਨੂੰ ਤੁਸੀਂ ਕਹੋਗੇ ਇੱਕ ਧਿਰ ਦੀ ਗੱਲ ਕਰਦਾ। ਕਾਨੇਕੇ ਸਾਹਿਬ ਹੁਣੀ ਜੇ 25 ਬੰਦੇ ਆ, ਪਿਛਲੀ ਵਾਰ 19 ਵੋਟਾਂ ਪਈਆਂ ਸੀ ਕਾਨੇਕੇ ਸਾਹਿਬ ਨੂੰ, ਮਿਲਣ ਦਾ ਕਾਨੇ ਸਾਹਿਬ ਮੈਂ ਭੁੱਲਦਾ ਨਾ ਵਾਂ, 19 ਵੋਟਾਂ ਇਹਨਾਂ ਨੂੰ ਪਈਆਂ ਸੀ ਤੇ 19 ਬੰਦੇ ਇਕੱਠੇ ਹੋਏ, ਇਹਨਾਂ ਨੇ 11 ਵਜੇ ਪ੍ਰਧਾਨ ਅਨਾਉਂਸ ਕਰ ਲਿਆ ਤੇ ਉੱਥੇ 119 ਸੀਗੇ ਤੇ ਉਹਨਾਂ ਨੇ ਜੇ 4 ਘੰਟੇ ਬਾਅਦ ਚ ਕਰ ਲਿਆ। ਦੇਖੋ ਇਹ ਗੱਲ ਠੀਕ ਆ। ਜਦੋਂ ਦੂਜੀ ਗੱਲ ਇਹ ਕਰੀਏ, ਲੋਕਤੰਤਰ ਕਿਉਂ ਨਹੀਂ ਹੈਗਾ ਜੀ? ਮੰਨ ਲਓ ਅਨਾਉਂਸ ਹੋ ਗਿਆ ਨਾ ਉੱਥੇ, ਤੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਵੋਟ ਜਿਹਨੂੰ ਮਰਜ਼ੀ, ਜਿਹਦਾ ਮਰਜ਼ੀ ਜੀ ਕਰਦਾ ਪਾਵੇ। ਦੇਖੋ ਇਹ ਗੱਲ ਤੁਹਾਨੂੰ ਵੀ ਪਤਾ ਹੋਣਾ, 9 ਤਰੀਕ ਨੂੰ ਲਾਈਵ ਵੀ ਆਏਗਾ। ਜਦੋਂ ਨਾਮ ਪ੍ਰਪੋਜ਼ ਕੀਤਾ ਜਾਂਦਾ, ਜਦੋਂ ਪ੍ਰਪੋਜ਼ ਕੀਤਾ ਜਾਂਦਾ ਉਹਦੀ ਮਜੀਦ ਹੁੰਦੀ ਹੈ, ਉਹਦੀ ਤਾਈਦ ਹੁੰਦੀ ਆ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਹੋਰ ਬੰਦਾ ਕੋਈ ਖੜਨਾ ਚਾਹੁੰਦਾ, ਤੇ ਫਿਰ ਉਸ ਤੋਂ ਬਾਅਦ ਕਾਨੇਕੇ ਸਾਹਿਬ ਦੇ ਸਾਥੀ ਉੱਠਦੇ ਆ, ਉਹ ਇਹ ਗੱਲ ਕਹਿੰਦੇ ਆ। ਫਿਰ ਉਸ ਤੋਂ ਬਾਅਦ ਫਿਰ ਕਿਹਾ ਜਾਂਦਾ ਕਿ ਹੋਰ ਬੰਦਾ ਕੋਈ ਨਾਮ ਪ੍ਰਪੋਜ਼ ਕਰਨਾ ਚਾਹੁੰਦਾ। ਜਿੱਡੀ ਵੱਡੀ ਡੈਮੋਕ੍ਰੇਸੀ ਅੱਜ ਦੀ ਤਰੀਕ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆ, 5 ਸਾਲ ਬਾਅਦ 4 ਸਾਲ ਬਾਅਦ ਨਹੀਂ, ਹਰ ਸਾਲ ਪ੍ਰਧਾਨ ਦੀ ਚੋਣ ਹੁੰਦੀ ਆ। ਤੇ ਜਿਹੜੀ ਚੋਣ ਆ ਉਹ ਪੂਰੀ ਦੀ ਪੂਰੀ ਮੀਡੀਆ ਦੇ ਕਹਿੰਦੇ ਉਹਦੇ ਕੈਮਰੇ ਦੇ ਅਧੀਨ ਹੁੰਦੀ ਆ। ਤੋ ਇਹ ਗੱਲ ਨੂੰ ਅਸੀਂ ਐਵੇਂ ਰੱਟਾ ਲਾ ਕੇ ਤੇ ਕਹੀ ਜਾਈਏ ਬਈ ਜੀ ਇਹ ਬਦਨਾਮ ਕਰਨ ਲਈ ਕਹੀ ਜਾਈਏ, ਮੈਂ ਨਾ ਮੰਨੂ ਵਾਲੀ ਗੱਲ ਕਹੀਏ ਕਿ ਇਹ ਜੀ ਲਿਫਾਫਾ ਕਲਚਰ ਆ, ਫਲਾਨਾ ਕਲਚਰ ਆ। ਬੀਬੀ ਜੀ ਨੂੰ ਤਾਂ ਮੈਂ ਇਸ ਗੱਲੋਂ ਹੈਰਾਨ ਆ। ਵੈਸੇ ਮੈਂ ਬੀਬੀ ਜੀ ਦਾ ਸਤਿਕਾਰ ਕਰਦਾ, ਪਾਰਟੀ ਦੇ ਬੜੇ ਸੀਨੀਅਰ ਨੇ, ਉਹਨਾਂ ਵੱਲੋਂ ਇਹ ਕਹਿਣਾ ਕਿ 3 ਵਾਰ ਮੈਨੂੰ ਨਹੀਂ ਪਤਾ ਲੱਗਾ, ਇਹ ਗੱਲ ਮੈਨੂੰ ਤਾਂ ਪਛਦੀ ਨਹੀਂ। ਬਾਕੀ ਬੀਬੀ ਜੀ ਇਹਦੇ ਬਾਰੇ ਜ਼ਿਆਦਾ ਜਾਣਦੇ ਹੋਣਗੇ, ਪਰ ਮੈਂ ਇੱਕ ਆਮ ਬੰਦਾ ਤੁਹਾਡੇ ਪਾਰਟੀ ਦੇ ਅੰਦਰ ਹੀ ਆਵਾਜ਼ ਉੱਠੀ ਨਾ ਸਰ, ਇਸ ਕਰਕੇ ਸਵਾਲ ਹੋ ਰਹੇ ਨੇ, ਇਸ ਕਰਕੇ ਅੱਜ ਦੀ ਇਹ ਚਰਚਾ ਜਾਂ ਡਿਬੇਟ ਹੋ ਰਹੀ ਹੈ। ਕਾਨੇਕੇ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਮੈਂ ਉਹ ਦੱਸ ਰਿਹਾ ਜੀ। ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਆਣਾ, ਇੱਕ ਵਾਰੀ ਉਹਨਾਂ ਨੂੰ ਵੀ ਆਪਣੀ ਗੱਲ ਰੱਖ ਲੈਣ ਦਿਓ। ਕਾਨੇਕੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਜੀ, ਇਜਲਾਸ ਦੇ ਅੰਦਰ ਜਿਹੜੀ ਬਹੁਗਿਣਤੀ ਮੈਂਬਰ ਸਾਹਿਬਾਨਗੇ ਉਹ ਲੋਕਤੰਤਰ ਦੇ ਉੱਤੇ ਅਟੈਕ ਵੀ ਕਰਦੇ ਆ। ਕਦੇ ਵੀ ਅਸੀਂ ਪਿਛਲੇ ਵਾਰੀ ਮੰਗ ਕੀਤੀ ਸੀ ਕਿ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਚੋਣ ਆ ਉਹ ਕਰਵਾਈ ਜਾਵੇ। ਇਹਨਾਂ ਨੇ ਐਲਾਨ ਕਰਤਾ ਵੀ ਆਹ ਬੰਦੇ ਐਗਜ਼ੈਕਟਿਵ ਮੈਂਬਰ ਹੋਣਗੇ। ਅਸੀਂ ਮੰਗ ਕੀਤੀ ਸੀ ਭਾਵੇਂ ਸਾਨੂੰ 5 ਪੈਣ ਭਾਵੇਂ 4 ਪੈਣ ਕਿਸੇ ਨੂੰ ਵੋਟਾਂ, ਪਰ ਅਸੀਂ ਜਿਹੜੇ 11 ਮੈਂਬਰ ਐਗਜ਼ੈਕਟਿਵ ਦੇ ਚੁਣਨਗੇ ਉਹਨਾਂ ਦੀ ਚੋਣ ਹੋਣੀ ਚਾਹੀਦੀ ਹੈ। ਅਸੀਂ ਸਾਰੇ ਮੈਂਬਰ ਸਾਹਿਬਾਨਾਂ ਨੇ 20 ਦੀ ਗਿਣਤੀ ਸੀ ਜਿਹੜੀ ਸਾਡੀ, ਉੱਠ ਕੇ ਅਸੀਂ ਇਹ ਗੱਲ ਕਹੀ, ਵਾਰ-ਵਾਰ ਕਹੀ, ਤੇ ਇਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਨੇ
ਜਦੋਂ ਪ੍ਰਧਾਨ ਦੀ ਚੋਣ ਹੋ ਗਈ, ਪ੍ਰਧਾਨ ਤੋਂ ਬਾਅਦ ਬਾਕੀ ਅਹੁਦੇਦਾਰਾਂ ਦੀ ਚੋਣ ਹੋ ਗਈ, ਇਹਨਾਂ ਨੇ ਐਗਜ਼ੈਕਟਿਵ ਕਮੇਟੀ ਆ ਜਿਹੜੀ ਆਪਣੇ ਤੌਰ ਤੇ ਅਨਾਉਂਸ ਕਰਤੀ। ਇਹ ਮੰਨ ਲਾ ਲੋਕਤੰਤਰ ਵਾਲੀ ਕਿਹੜੀ ਗੱਲ ਆ ਗਈ? ਪੂਰੀ ਚੋਣ ਪ੍ਰਕਿਰਿਆ ਤਾਂ ਘੱਟੋ ਘੱਟ ਹੋ ਲੈਣੀ ਚਾਹੀਦੀ ਹੈ। ਪ੍ਰਧਾਨ ਤੇ ਅਹੁਦੇਦਾਰ ਤੇ ਐਗਜ਼ੈਕਟਿਵ ਮੈਂਬਰ ਨਹੀਂ ਕਾਨੇ ਕਿ ਜੀ ਸਮਝਾਓ ਨਾ ਫਿਰ ਲੋਕਾਂ ਨੂੰ, ਤੁਸੀਂ ਦੱਸੋ ਕਿ ਕਿਵੇਂ, ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਇਸ ਦੇ ਵਿੱਚ ਪੂਰਾ ਪ੍ਰੋਸੈਸ ਹੈਗਾ? ਲੋਕਤੰਤਰ ਕਿਉਂ ਨਹੀਂ ਨਜ਼ਰ ਆਉਂਦਾ? ਦੇਖੋ ਪੋਲੀਟੀਕਲ ਪਾਰਟੀਆਂ ਕਿਵੇਂ ਕਰਦੀਆਂ ਨੇ ਕੰਮ ਕਿ ਇੱਕ ਵਾਰੀ ਚੁਣ ਲਏ ਗਏ, ਸਾਰੇ ਵਿਧਾਇਕ ਚੁਣ ਲਏ ਗਏ, ਉਸ ਤੋਂ ਬਾਅਦ ਮੁੱਖ ਮੰਤਰੀ ਕਿਸਨੇ ਬਣਨਾ ਉਹ ਹਾਈ ਕਮਾਂਡ ਤੈਅ ਕਰ ਦਿੰਦਾ। ਉੱਥੇ ਲਿਫਾਫਾ ਕਲਚਰ ਨਹੀਂ ਨਜ਼ਰ ਆਉਂਦਾ। ਅੱਜ ਤੁਸੀਂ ਇੱਥੇ ਜੇ ਲਿਫਾਫਾ ਕਲਚਰ ਦਾ ਜ਼ਿਕਰ ਕਰ ਰਹੇ ਹੋ, ਲੋਕਤੰਤਰ ਨਜ਼ਰ ਨਹੀਂ ਆਉਂਦਾ, ਕਿਉਂ ਨਹੀਂ ਆਉਂਦਾ? ਉਹ ਸਮਝਾਓ ਨਾ। ਉਹ ਲੋਕ ਜਿੱਥੇ ਦਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਐਮਐਲਏ ਸਾਹਿਬਾਨ ਇਕੱਠੇ ਹੁੰਦੇ ਨੇਗੇ, ਆਪਦਾ ਇੱਕ ਲੀਡਰ ਚੁਣਦੇ ਆ, ਫਿਰ ਉਦੋਂ ਮਗਰੋਂ ਗਵਰਨਰ ਸਾਹਿਬ ਕੋਲੇ ਜਾਂਦਾ ਹੈ ਉਹਦੀ ਪੇਸ਼ਕਸ਼, ਫਿਰ ਗਵਰਨਰ ਸਾਹਿਬ ਸੱਦਾ ਦਿੰਦੇ ਆ ਵੀ ਤੁਸੀਂ ਆਪਦੀ ਮੁੱਖ ਮੰਤਰੀ ਪ੍ਰੋਸੈਸ ਹੋ ਗਿਆ ਨਾ। ਮੈਂ ਤਾਂ ਇਹ ਕਹਿ ਰਿਹਾ ਕਿ ਜਦੋਂ ਵਿਧਾਇਕ ਚੁਣ ਕੇ ਆ ਗਏ ਤਾਂ ਉਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਸੱਦ ਲਿੱਤੀ ਜਾਂਦੀ ਹੈ। ਮੈਂ ਇਸ ਲਈ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹੋ ਤਾਂ ਉਹੀ ਪ੍ਰੋਸੈਸ ਹੈ ਐਸਜੀਪੀਸੀ ਦੇ ਵਿੱਚ ਵੀ ਕਿ ਜਿਹੜੇ ਚੁਣ ਕੇ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਧਾਨ ਬਣੇਗਾ। ਬਿਲਕੁਲ ਉਹ ਪ੍ਰੋਸੈਸ ਨਹੀਂ। ਇਹ ਪਾਰਟੀ ਪ੍ਰਧਾਨ ਹੈ ਜਿਹੜਾ ਉਹ ਮੈਂਬਰ ਸਾਹਿਬਾਨਾਂ ਨੂੰ ਇੱਕ ਦਿਨ ਪਹਿਲਾਂ ਉਹਨਾਂ ਨਾਲ ਮੀਟਿੰਗ ਕਰਦਾ ਹੈਗਾ, ਉਹ ਤੋਂ ਉਹਨਾਂ ਤੋਂ ਸਾਰੇ ਅਧਿਕਾਰ ਲੈ ਲੈਂਦਾ ਹੈਗਾ। ਸਾਰੇ ਅਧਿਕਾਰ ਲੈ ਕੇ ਅਗਲੇ ਦਿਨ ਲਿਫਾਫੇ ਦੇ ਵਿੱਚ ਉਹਨਾਂ ਦੇ ਨਾਂ ਲਿਖ ਕੇ ਲਿਫਾਫਾ ਜਿਹੜਾ ਠੀਕ 1 ਵਜੇ ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਜਿਹੜੇ ਪਾਰਟੀ ਮੈਂਬਰਾਂ ਦੀ ਰਾਏ ਕੋਈ ਮਹੱਤਵ ਰੱਖਦੀ ਨਹੀਂ ਹੁੰਦੀ, ਇਹ ਕਹਿ ਰਹੇ ਹੋ? ਨਾ ਬਿਲਕੁਲ ਰੱਖਦੀ ਨਹੀਂ। ਗਰੇਵਾਲ ਸਾਹਿਬ ਕੋਈ ਰਾਏ ਮਹੱਤਵ ਜੋ ਪਾਰਟੀ ਪ੍ਰਧਾਨ ਕਰ ਦਿੰਦਾ ਹੈ ਉਹ ਸਾਰੇ ਹੱਥ ਖੜੇ ਕਰਕੇ ਪ੍ਰਵਾਨ ਕਰ ਲੈਂਦੇ ਆ। ਗਰੇਵਾਲ ਸਾਹਿਬ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ, ਪਹਿਲਾਂ ਤਾਂ ਮੈਂ ਦੱਸਦਾ ਜੀ, ਮੇਰੇ ਕਾਨੇਕੇ ਸਾਹਿਬ ਮੇਰੇ ਮਿੱਤਰ ਨੇ, ਮੇਰਾ ਬੜਾ ਚੰਗਾ ਪਿਆਰ ਇਹਨਾਂ ਦੇ ਨਾਲ। ਮੈਂ ਤੁਹਾਡੇ ਸਤਿਕਾਰ ਨੂੰ ਮੁੱਖ ਰੱਖਦਾ ਹੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ ਕਿ ਕਾਨੇਕੇ ਸਾਹਿਬ ਐਤਕੀ ਨਹੀਂ, ਇਸ ਤੋਂ ਪਹਿਲੀ ਐਗਜ਼ੈਕਟਿਵ ਦੇ ਵਿੱਚ ਚੁਣੇ ਗਏ ਤੇ ਐਗਜ਼ੈਕਟਿਵ ਵਿੱਚ ਚੁਣੇ ਗਏ। ਤੁਸੀਂ ਮੈਨੂੰ ਦੱਸੋ ਕਿ ਕਾਨੇਕੇ ਸਾਹਿਬ ਦਿਲ ਤੇ ਹੱਥ ਰੱਖ ਕੇ ਗੱਲ ਕਰੋ, ਚਲੋ ਮੈਂ ਰੱਬ ਦੀ ਸਹੁੰ ਨਹੀਂ ਖਵਾਉਂਦਾ, ਕਿ ਤੁਹਾਡੀ ਸਾਰੀ ਜਿੰਨੀ ਟੀਮ ਸੀ ਉਹਨਾਂ ਨੇ ਕਿਹਾ ਨਾ ਵੀ ਸਾਡਾ ਇੱਕ ਮੈਂਬਰ ਬਣਦਾ ਤੇ ਸਾਡਾ ਕਾਨੇਕੇ ਸਾਹਿਬ ਨੂੰ ਬਣਾ ਦਿਓ, ਤੇ ਦੱਸੋ ਕਾਨੇਕੇ ਸਾਹਿਬ ਨੂੰ ਬਣਾ ਦਿੱਤਾ ਗਿਆ। ਇਹਦੇ ਚ ਦੇਖੋ ਮੈਂਬਰਾਂ ਦੀ ਜਿੰਨੀ ਵੋਟਿੰਗ ਹੁੰਦੀ ਆ ਉਹਦੇ ਨਾਲ ਆਪਾਂ ਰੇਸ਼ੋ ਬਣਾ ਲੈਂਦੇ ਆ, ਬੈਠਣ ਨੂੰ ਤਾਂ ਭਾਵੇਂ 4 ਦਿਨ ਲਾ ਦਿਓ। ਤੇ ਇਹ ਗੱਲ ਕਾਨੇਕੇ ਸਾਹਿਬ ਏਦਾਂ ਨਾ ਕਰੋ, ਦੇਖੋ ਦਲੀਲ ਨਾਲ ਗੱਲ ਕਰੋ। ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਜਦੋਂ ਵੀ ਤੁਸੀਂ ਉੱਥੇ ਆਉਂਦੇ ਹੋ ਤੁਸੀਂ ਗੱਲ ਕਰਦੇ ਹੋ, ਜਿਹੜੀ ਧਿਰ ਇੱਕ ਦੂਜੀ ਧਿਰ ਉੱਥੇ ਆਪਦੀ ਗੱਲ ਕਰਦੀ ਆ, ਅਸੀਂ ਗੱਲ ਕਰਦੇ। ਜੇ ਤੁਹਾਨੂੰ ਕਿਤੇ ਇਤਰਾਜ਼ ਆਉਂਦਾ ਤੇ ਤੁਸੀਂ ਕੋਰਟ 'ਚ ਜਾ ਸਕਦੇ ਹੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੇ ਵਿੱਚ ਬੱਝੀ ਹੋਈ ਆ, ਤੁਸੀਂ ਹਰ ਗੱਲ ਦਾ ਉਥੋਂ ਕਾਨੂੰਨ ਤੋਂ ਉਹਦਾ ਲੈ ਸਕਦੇ ਹੋ। ਦੂਜੀ ਗੱਲ, ਹੁਣ ਮੈਨੂੰ ਇਹ ਦੱਸੋ, ਇਹਦਾ ਮਤਲਬ ਵੀ ਤੁਸੀਂ ਤਾਂ ਇਹ ਕਹਿਤਾ ਵੀ ਜਿਹੜੇ 120-22 ਮੈਂਬਰ ਆ ਉਹ ਮੈਂਬਰਾਂ ਦੀ ਆਪਣਾ ਕੋਈ ਵਿਜ਼ਨ ਨਹੀਂ ਹੈਗਾ, ਉਹਨਾਂ ਦੇ ਤਲਵਾਰ ਲਟਕੀ ਆ, ਉਹਨਾਂ ਦੇ ਦਬਸ਼ ਆ, ਤੇ ਉਹ ਜੋ ਪ੍ਰਧਾਨ ਕਹਿੰਦਾ ਜਾਂ ਪਰਚੀ ਆ ਜਾਂਦੀ ਆ ਉਹ ਤੇ ਵੋਟ ਪਾ ਦਿੰਦੇ ਆ। ਕਿਸੇ ਵੀ ਤਰ੍ਹਾਂ ਦੇਖੋ, ਜਿਹੜੀ ਵੋਟ ਪਰਦੇ 'ਚ ਪੈਣੀ ਆ, ਬੈਲਟ ਤੇ ਵੋਟ ਪੈਣੀ ਆ, ਉੱਥੇ ਤੇ ਹਰ ਬੰਦੇ ਨੂੰ ਅਧਿਕਾਰ ਆ। ਜੇ ਪ੍ਰਧਾਨ ਤੇ ਸਹਿਮਤ ਆ ਤੇ ਵੋਟ ਪਾਉਣਗੇ, ਜੇ ਨਹੀਂ ਸਹਿਮਤ ਤਾਂ ਨਾ ਪਾਉਣਗੇ। ਹੁਣ ਮੈਨੂੰ ਦੱਸੋ ਕਿ ਪਿਛਲੀ ਵਾਰੀ ਜਿਹੜੇ ਤੁਹਾਡੇ ਚੋਣ ਏਜੰਟ ਸੀ, ਮੇਰੇ ਜਿਹੜਾ ਵੀ ਉੱਥੇ ਆਉਂਦਾ, ਮੇਰਾ ਕੋਈ ਦੁਸ਼ਮਣ ਨਹੀਂ ਹੈਗਾ, ਮੇਰੇ ਮਿੱਤਰ ਆ, ਅਸੀਂ ਚੋਣ ਏਜੰਟ ਉੱਥੇ ਖੜੇ, ਤੇ ਜਿਹੜੇ ਇਹਨਾਂ ਦੇ ਚੋਣ ਏਜੰਟ ਸੀ, ਮੈਂ ਨਾਂ ਲੈਣ ਦੀ ਲੋੜ ਨਹੀਂ ਸਮਝਦਾ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਸਾਡੀਆਂ ਇੰਨੀਆਂ ਵੋਟਾਂ ਨੇ, ਸਾਡੀਆਂ 19 ਵੋਟਾਂ ਨੇ। ਮੈਂ ਸੱਚੀ ਦੱਸਦਾ, ਮੈਂ ਹੈਰਾਨ ਆ ਇਸ ਗੱਲ ਤੋਂ ਕਿ ਪਾਰਟੀ ਨਾਲ ਸੰਬੰਧਿਤ ਲੋਕਾਂ ਨੇ ਕਿਸੇ ਨੇ ਵੀ ਇੱਕ ਬੰਦੇ ਨੇ ਵੋਟ ਕ੍ਰਾਸ ਨਹੀਂ ਕੀਤੀ। ਜਿੰਨੀਆਂ ਵੋਟਾਂ ਇਹਨਾਂ ਨੇ ਕਹੀਆਂ, ਜਿੰਨੀਆਂ ਮਿਲੀਆਂ ਸੀ ਉਨੀਆਂ ਪਈਆਂ। ਸੋ ਕਾਨੇਕੇ ਸਾਹਿਬ ਇਹ ਗੱਲ ਨਹੀਂ ਗੀ। ਆਪਾਂ ਦੇਖੋ, ਤੁਸੀਂ ਵੀ ਕੱਲ ਨੂੰ ਹੁਣ ਚੁਣ ਕੇ ਆਏ ਹੋ, ਤੁਸੀਂ ਦੁਬਾਰਾ ਵੀ ਚੁਣ ਕੇ ਆਉਣਾ, ਕਿੱਦਾਂ ਵੀ ਆ, ਦੇਖੋ ਪ੍ਰਬੰਧਾਂ ਵਿੱਚ ਵੀ ਤੁਸੀਂ ਸ਼ਾਮਲ ਹੋਣਾ। ਪ੍ਰਬੰਧਾਂ ਨੂੰ ਤੁਸੀਂ ਇਹ ਗੱਲ ਨਾ ਕਹੋ, ਗੱਲ ਤਾਂ ਇਹ ਕਰੋ ਕਿ ਤੁਸੀਂ ਆਪਣੀ ਗੱਲ ਕਰੋ ਕਿ ਅਸੀਂ ਲੋਕਾਂ ਦੇ ਵਿੱਚ ਕੀ ਲੈ ਕੇ ਜਾਵਾਂਗੇ। ਚੋਣ ਆਉਂਦੀ ਆ, ਚੋਣ ਦੇ ਵਿੱਚ ਤੁਸੀਂ ਜਾਓ ਜੀ। ਚਲੋ ਮੈਂ ਉਹਨਾਂ ਦਾ ਇੱਕ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਮੈਂ ਅਮਰਿੰਦਰ ਜੀ ਦਾ ਔਰ ਕੁਲਦੀਪ ਜੀ ਦਾ ਰੁਖ ਕਰਦਾ। ਕਾਨੇਕੇ ਜੀ। ਗਰੇਵਾਲ ਸਾਹਿਬ, ਜਦੋਂ ਜਨਰਲ ਸਕੱਤਰ ਦੀ ਚੋਣ ਹੋਈ ਹੈ, ਸਾਡੀਆਂ ਵੋਟਾਂ ਵੱਧ ਗਈਆਂ, ਤੁਹਾਡੀਆਂ ਵੋਟਾਂ ਘਟ ਗਈਆਂ। ਜਨਰਲ ਸਕੱਤਰ ਦੀ ਚੋਣ ਤੋਂ ਬਾਅਦ ਤੁਹਾਡੇ ਬੰਦੇ 18-17 ਚਲੇ ਗਏ। ਤੁਸੀਂ ਇਹ ਗੱਲ ਐਗਜ਼ੈਕਟਿਵ ਦੀ ਚੋਣ ਕਰਾਉਣੀ ਜਿਹੜੀ ਉਹ ਵਾਜਬ ਨਾ ਸਮਝੀ, ਕਿਉਂਕਿ ਤੁਹਾਡੇ ਹਾਊਸ ਦੇ ਵਿੱਚ ਮੈਂਬਰ ਸਾਹਿਬਾਨ ਘਟ ਗਏ ਸੀ, ਤੇ ਅਸੀਂ ਮੰਗ ਕਰ ਰਹੇ ਸੀ ਸਾਡੇ, ਕਿਉਂਕਿ ਪਹਿਲਾਂ ਅਸੀਂ 19 ਸੀ, ਫਿਰ ਅਸੀਂ ਸਾਡੀ ਜਨਰਲ ਸਕੱਤਰ ਦੀ ਚੋਣ ਵੇਲੇ ਅਸੀਂ 22 ਹੋ ਗਏ, ਤੇ ਅਸੀਂ ਮੰਗ ਕੀਤੀ ਸੀ ਵੀ ਸਾਡੀ ਜਿਹੜੀ ਚੋਣ ਹੈ ਜਿਹੜੀ ਪਰਚੀ ਰਾਹੀਂ ਐਗਜ਼ੈਕਟਿਵ ਦੇ ਮੈਂਬਰਾਂ ਦੀ ਚੋਣ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਇਹ ਦੱਸੋ ਫਰਕ ਕਿੰਨਾ ਜੀ? ਇੱਕ ਪਾਸੇ 22 ਤੇ ਇੱਕ ਪਾਸੇ 122, ਫਰਕ ਬਹੁਤ ਜ਼ਿਆਦਾ ਹੈ ਜੀ। ਇਹਨੂੰ ਜੇ ਤੁਸੀਂ ਹੁਣ ਲੈ ਕੇ ਤੁਸੀਂ ਰੌਲਾ ਪਾਈ ਜਾਓ ਤੇ ਖੱਲਰ ਪਾਈ ਜਾਓ, ਦੇਖੋ ਇਹ ਵੈਸੇ ਇਹਨੂੰ ਤੁਸੀਂ ਖਿਲਾਕੀ ਤੌਰ ਤੇ ਨਾ ਇਸ ਤਰ੍ਹਾਂ ਦੀ ਗੱਲ ਨਾ ਕਰੋ। ਪਤਾ ਆਪਾਂ ਨੂੰ ਵੀ ਇੱਕ ਬਹੁਤ ਵੱਡੀ ਇੱਕ ਪਾਸੇ ਬਹੁਮਤ ਆ, ਇੱਕ ਪਾਸੇ ਦੂਜੀ ਆ। ਤੁਹਾਡੇ ਨਾਲ ਸਾਡਾ ਚੰਗਾ ਰਾਬਤਾ ਰਹਿੰਦਾ। ਤੁਸੀਂ ਜਿਹੜੇ ਮੈਂਬਰਾਂ ਨੂੰ ਕਹਿੰਦੇ ਆ ਉਹਨੂੰ ਅਸੀਂ ਐਗਜ਼ੈਕਟਿਵ 'ਚ ਲੈ ਲੈਂਦੇ ਆ। ਚਲੋ ਮੈਂ ਤਾਂ ਨਹੀਂ ਕਹਿੰਦਾ ਵੀ ਜਿਹੜੇ ਸਾਡੇ ਆਗੂ ਆ ਲੈਂਦੇ ਆ,
ਸੋ ਇਸ ਕਰਕੇ ਇਸ ਗੱਲ ਨੂੰ ਡਿਨਾਈ ਨਾ ਕਰੋ। ਆਪਾਂ ਉੱਥੇ ਬੜੀ ਚੰਗੇ ਮਾਹੌਲ 'ਚ ਰਹਿੰਦੇ ਆ, ਚੰਗੇ ਮਾਹੌਲ 'ਚ ਵਿਚਰਦੇ ਆ। ਤੁਸੀਂ ਉੱਥੇ ਐਗਜ਼ੈਕਟਿਵ ਦੇ ਵਿੱਚ ਰਹਿੰਦੇ ਹੋ, ਕੀ ਤੁਸੀਂ ਐਗਜ਼ੈਕਟਿਵ ਦੇ ਵਿੱਚ ਕੋਈ ਦੁਸ਼ਮਣੀ ਪਾਲ ਕੇ ਰਹਿੰਦੇ ਹੋ? ਜਾਂ ਦੂਜੇ ਬੰਦੇ ਜਿਹੜੇ 11 ਦੇ 14 ਬੰਦੇ ਹੁੰਦੇ ਤੁਹਾਡੇ ਨਾਲ ਦੁਸ਼ਮਣ ਨਹੀਂ ਹੁੰਦੇ? ਮੈਂ ਇਹ ਗੱਲ ਕਰਦਾ ਚੰਗੇ ਮਾਹੌਲ 'ਚ ਚਾਹੀਦੇ ਨਾ। ਜੇ ਇੱਥੇ VOTING ਸਿਸਟਮ ਸ਼ੁਰੂ ਕੀਤਾ, ਜਦੋਂ ਅਸੀਂ ਮੰਗ ਕੀਤੀ ਵੀ VOTING ਕਰਾਈ ਜਾਵੇ ਐਗਜ਼ੈਕਟਿਵ ਮੈਂਬਰਾਂ ਦੇ ਉੱਤੇ ਵੀ, ਤੁਸੀਂ ਐਗਜ਼ੈਕਟਿਵ ਮੈਂਬਰਾਂ ਦੇ ਉੱਤੇ VOTING ਨਹੀਂ ਹੋਣ ਦਿੰਦੇ, ਤੁਸੀਂ ਸਿੱਧਾ ਇੱਕ ਤਰਫਾ ਐਲਾਨ ਕਰ ਦਿੰਦੇ ਹੋ। ਕਾਨੇ ਕੇ ਸਾਹਿਬ ਵੋਟਾਂ ਦਾ ਫਰਕ ਹੀ ਬਹੁਤ ਹੈ। ਇੱਕ ਪਾਸੇ 122 ਆ ਤੇ ਇੱਕ ਪਾਸੇ 22 ਆ। ਵੋਟਾਂ ਪਵਾ ਕੇ ਕੀ ਕਰੋਗੇ? ਸਾਰੀ ਦੁਨੀਆ ਦੇ ਸਾਹਮਣੇ ਗੱਲ ਮੈਂ ਚਰਚਾ ਨੂੰ ਅੱਗੇ ਵਧਾਉਂਦਾ। ਚਲੋ ਆਪਾਂ ਚਰਚਾ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਈਏ। ਅਮਰਿੰਦਰ ਸਿੰਘ ਜੀ, ਦੇਖੋ ਬਹੁਤ ਚਰਚਾ ਹੋ ਰਹੀ ਹੈ ਪੂਰੀ ਪ੍ਰਕਿਰਿਆ ਨੂੰ ਲੈ ਕੇ, ਪਰ ਬੀਬੀ ਜਗੀਰ ਕੌਰ ਦੀਆਂ ਸਟੇਟਮੈਂਟਸ ਜੋ ਕੁਲਦੀਪ ਜੀ ਜ਼ਿਕਰ ਕਰ ਰਹੇ ਨੇ, ਤੁਹਾਨੂੰ ਵੀ ਉਸ ਤਰੀਕੇ ਦਾ ਖਦਸ਼ਾ ਹੈ ਕਿ ਕੋਈ ਪਿੱਛੇ ਹੋਰ ਧਿਰ ਖੜੀ ਹੈ ਜਿਹੜੀ ਹੱਲਾਸ਼ੇਰੀ ਦੇ ਰਹੀ ਹੈ? ਦੂਜੇ ਪਾਸੇ ਜਿਵੇਂ ਦਿੱਲੀ 'ਚ ਘਟਨਾਕ੍ਰਮ ਵਾਪਰਿਆ, ਔਰ ਕੀ ਤੁਹਾਨੂੰ ਲੱਗਦਾ ਕਿ SGPC ਦੇ ਸਾਹਮਣੇ ਉਸ ਤਰ੍ਹਾਂ ਦੀ ਸਥਿਤੀ ਕੋਈ ਬਣ ਸਕਦੀ ਹੈ? ਦੇਖੋ, ਮੈਂ ਕਾਫੀ ਹੱਦ ਤੱਕ ਕੁਲਦੀਪ ਜੀ ਦੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਇਹ ਮੰਨਦਾ ਕਿ ਵੀ ਜਿਹੜੀ ਇਹ ਧਿਰ ਦੀ ਗੱਲ ਕਰ ਰਹੇ ਹੈ ਉਹ ਧਿਰ ਸੁਖਬੀਰ ਬਾਦਲ ਦੇ ਥਰੂ ਸਾਰਾ ਕੰਮ ਕਰ ਰਹੀ ਹੈ। ਮੈਂ ਇਹ ਮੰਨਦਾ ਕਿ ਉਹ ਧਿਰ ਖੜੀ ਹੈ, ਜ਼ਰੂਰ ਖੜੀ ਹੈ ਧਿਰ ਚਾਹੁੰਦੀ ਵੀ ਹੈ ਕਿ ਸਾਡੇ ਹਿਸਾਬ ਦਾ ਬੰਦਾ ਜਿਹੜਾ ਉਹ ਹੋਰ ਧਿਰ ਨਹੀਂ ਹੋਗੀ, ਉਹ ਤਾਂ ਅਕਾਲੀ ਦਲ ਹੀ ਹੋਗੀ ਨਾ। ਨਹੀਂ, ਅਕਾਲੀ ਦਲ ਤੋਂ ਵੀ ਅੱਗੇ ਇੱਕ ਧਿਰ ਖੜੀ ਹੈ ਜਿਹਦੀ ਉਹ ਗੱਲ ਕਰਨ, ਜਿੱਧਰ ਉਹ ਇਸ਼ਾਰਾ ਕਰ ਰਹੇ ਹੈ ਕੁਲਦੀਪ ਜੀ, ਉਹ ਧਿਰ ਹੈਗੀ ਹੈ। ਪਰ ਉਹ ਧਿਰ ਜੇ ਇਹ ਉਹ ਮਾਈਨਸ ਬਾਦਲ ਨਹੀਂ ਹੈ, ਉਹ ਧਿਰ ਪਲੱਸ ਬਾਦਲ ਹੈ, ਥਰੂ ਬਾਦਲ ਹੀ ਕੰਮ ਕਰ ਰਹੀ ਹੈ। ਤੇ ਸਾਰਾ ਕੁਝ ਇਹ ਮਤਲਬ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ। ਤੇ 9 ਤਰੀਕ ਨੂੰ ਕਾਫੀ ਮੇਰਾ ਵਿਸ਼ਵਾਸ ਹੈ ਕਿ ਉਹ ਲਿਫਾਫੇ ਦੇ ਵਿੱਚੋਂ ਬੀਬੀ ਜਗੀਰ ਕੌਰ ਦਾ ਨਾਮ ਨਿਕਲੇਗਾ ਤੇ ਅਸੀਂ ਸਾਰੇ ਉਸ ਦਿਨ ਡਿਬੇਟ ਕਰਾਂਗੇ ਵੀ ਇਹ ਕਿਵੇਂ ਹੋ ਗਿਆ। ਇਹ ਆਮ ਤੌਰ ਤੇ ਜਦੋਂ ਇਸ ਤਰੀਕੇ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਕਿਸੇ ਲੀਡਰ ਦੇ ਵੱਲੋਂ ਤਾਂ ਕਿਹਾ ਜਾਂਦਾ ਕਿ ਬਾਗੀ ਸੁਰ ਨੇ, ਤਾਂ ਇਹਦਾ ਮਤਲਬ ਤੁਹਾਨੂੰ ਬਾਗੀ ਸੁਰ ਨਜ਼ਰ ਨਹੀਂ ਆ ਰਹੇ? ਨਹੀਂ, ਮੈਨੂੰ ਕੋਈ ਬਾਗੀ ਸੁਰ ਨਜ਼ਰ ਨਹੀਂ ਆ ਰਹੇ। ਮੈਨੂੰ ਅੱਜ ਦੀ ਤਰੀਕ ਦੇ ਵਿੱਚ ਕੋਈ ਐਸਾ ਨਹੀਂ ਦਿਖ ਰਿਹਾ ਕਿ ਬੀਬੀ ਜਗੀਰ ਕੌਰ ਜਿਹੜੇ ਹੈ ਉਹ ਬਾਦਲ ਫੈਮਿਲੀ ਦੇ ਖਿਲਾਫ ਬਗਾਵਤ ਕਰ ਰਹੇ ਹੈ। ਨਹੀਂ, ਪਰ ਕਿਉਂ? ਫਿਰ ਸਵਾਲ ਉਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਬੋਲਣ ਦੀ ਕੀ ਜ਼ਰੂਰਤ ਹੈ? ਕੋਈ ਪ੍ਰੈਸ਼ਰ ਪੋਲਿਟਿਕਸ ਹੈ ਕਿ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਇੱਕ ਮੈਸੇਜ ਚਲਾਇਆ ਜਾਵੇ ਪਾਰਟੀ ਪ੍ਰਧਾਨ ਨੂੰ? ਇਹਦੇ ਵਿੱਚ ਨਾ ਆਪਾਂ ਸਾਰੀਆਂ ਗੱਲਾਂ ਹੁਣ ਪਬਲਿਕ ਡੋਮੇਨ ਦੇ ਵਿੱਚ ਨਹੀਂ ਲਿਆ ਸਕਦੇ। ਬਾਦਲ ਫੈਮਿਲੀ ਦੀ ਪੋਲਿਟਿਕਸ ਹੈਗੀ ਹੈ। ਉਹ ਫੈਮਿਲੀ ਦੀ ਪੋਲਿਟਿਕਸ ਅਸੀਂ ਦਿੱਲੀ ਦੇ ਵਿੱਚ ਵੀ ਦੇਖੀ। ਉਸੇ ਫੈਮਿਲੀ ਪੋਲਿਟਿਕਸ ਦੇ ਵਿੱਚੋਂ ਸਰਨਾ ਸਾਹਿਬ ਦੇ ਨਾਲ ਵੀ ਜਿਹੜਾ ਗੱਠਜੋੜ ਕੀਤਾ ਗਿਆ, ਉਹਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਉੱਥੇ ਸਰਨੇ ਨੂੰ, ਜਿਹੜਾ ਉਹਨਾਂ ਦਾ ਮਤਲਬ ਕੱਟੜ ਦੁਸ਼ਮਣ ਸੀਗਾ, ਹੁਣ ਤੱਕ ਸਾਰੀਆਂ ਸਟੇਟਮੈਂਟਸ ਉਲਟ ਸੀਗੀਆਂ, ਉਹਦੇ ਵਿੱਚੋਂ ਉਹ ਸਾਰਾ ਕੁਝ ਨਿਕਲ ਰਿਹਾ ਤੇ ਉਹੀ ਸੀਨ ਅਸੀਂ ਇੱਥੇ ਅਨਫੋਲਡ ਹੁੰਦਾ ਦੇਖਾਂਗੇ। ਕੁਲਦੀਪ ਜੀ, ਆਵਾਜ਼ ਪਹੁੰਚ ਰਹੀ ਹੋਏਗੀ ਤੁਹਾਡੇ ਤੱਕ, ਤੁਹਾਡੀ ਗੱਲ ਦੇ ਨਾਲ ਸਹਿਮਤ ਹੈਗੇ ਨੇ ਪਰ ਇੱਕ ਵੱਖਰੇ ਤਰੀਕੇ ਦੇ ਨਾਲ। ਤੁਸੀਂ ਵੀ ਇਸੇ ਤਰੀਕੇ ਨਾਲ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ, ਜਿਹੜੀਆਂ ਸਟੇਟਮੈਂਟਸ ਹੈਗੀਆਂ ਨੇ ਜਾਂ ਜੋ ਇਲੈਕਸ਼ਨ ਹੋਣ ਜਾ ਰਹੇ ਨੇ? ਦੇਖੋ ਜੀ, ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆ, ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਸਾਡੀ ਪਾਰਟੀ ਆ ਔਰ ਸਿਰਫ ਇਹ ਸਾਡੇ ਪੰਜਾਬ ਦੀ ਇੱਕ ਖੇਤਰੀ ਪਾਰਟੀ ਨਹੀਂ ਆ, ਇਹ ਸਿੱਖਾਂ ਦੀ ਇੱਕ ਸਭ ਤੋਂ ਵੱਡੀ ਰਾਜਸੀ ਜਮਾਤ ਆ। ਮੈਂ ਇਹ ਗੱਲ ਜ਼ਰੂਰ ਮੰਨਦਾ ਕਿ ਜਦੋਂ ਮੋਗੇ ਦੇ ਵਿੱਚ ਕਾਨਫਰੰਸ ਕਰਕੇ ਇਹਨਾਂ ਨੇ ਐਲਾਨ ਕਰਤਾ ਹੈ ਕਿ ਇਹ ਸਿੱਖਾਂ ਦੀ ਜਮਾਤ ਨਾ ਹੋ ਕੇ ਇਹ ਜਿਹੜੀ ਆ ਇਹ ਸਮੂਹਕ ਪੰਜਾਬੀਆਂ ਦੀ ਜਮਾਤ ਆ, ਉਸ ਦਿਨ ਇਹਨਾਂ ਨੇ ਉਸ ਪਾਸੇ ਨੂੰ ਕਦਮ ਵਧਾ ਲਿਆ ਸੀ ਕਿ ਅਸੀਂ ਪੰਥ ਦੇ ਨਾਲੋਂ ਟੁੱਟ ਜਾਾਂਗੇ। ਪਰ ਫਿਰ ਵੀ ਜਿਹੜਾ ਇੱਕ ਵੱਡੀ ਧਿਰ ਵਾ ਉਹ ਸ਼੍ਰੋਮਣੀ ਅਕਾਲੀ ਦਲ ਹੀ ਮੰਨੀ ਜਾਂਦੀ ਰਹੀ ਆ। ਅੱਜ ਦਾ ਜਿਹੜਾ ਘਟਨਾਕ੍ਰਮ ਆ ਸਿੱਖ ਸੰਗਤਾਂ ਦੇ ਜਾਂ ਸਾਡੇ ਵਰਗਿਆਂ ਦੇ ਜਿਹੜੇ ਨਿਊਟਰਲ ਬੰਦੇ, ਨਿਰਪੱਖ ਬੰਦੇ ਆ, ਉਹਨਾਂ ਦੇ ਖਦਸੇ ਇਸ ਕਰਕੇ ਆ ਕਿਉਂਕਿ ਜੋ ਕੁਝ ਹੁਣ ਕਾਨਕੇ ਸਾਹਿਬ ਜਿਹੜੇ ਬੋਲ ਰਹੇ, ਆਪਣੇ ਮੈਂਬਰ ਸਾਹਿਬ ਜਿਹੜੇ ਕਹਿ ਰਹੇ ਹੁਣੇ ਕਿ ਉੱਥੇ ਹਾਊਸ ਦੇ ਵਿੱਚ ਇਵੇਂ ਹੁੰਦਾ, ਇਹ ਜਿਹੜੇ ਨੇ ਇਹ ਸਰਦਾਰ ਸਾਹਿਬ ਜਿਹੜੇ ਨੇ ਇਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਗਰੁੱਪ ਦੇ ਬੰਦੇ ਨੇ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਐਲਾਨੀਆਂ ਸਟੇਟਮੈਂਟ ਇਹ ਦਿੱਤੀ ਆ ਕਿ ਜੇ ਬੀਬੀ ਜਗੀਰ ਕੌਰ ਆਪੋਜੀਸ਼ਨ ਦੇ ਤੌਰ ਤੇ ਖੜੂਗੀ ਤੇ ਅਸੀਂ ਉਹਦੀ ਸਪੋਰਟ ਕਰਾਂਗੇ। ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸੇ ਦੀਆਂ ਤਾਰਾਂ ਕੇਸ ਪਾਸੇ ਨੂੰ ਜੁੜਦੀਆਂ, ਤੋ ਇਹ ਜੋ ਬਿਆਨਬਾਜ਼ੀ ਹੋ ਰਹੀ ਆ, ਬਿਆਨਬਾਜ਼ੀ ਤੋਂ ਅਸੀਂ ਲੋਕ ਜਿਹਦੇ ਅਰਥ ਕੱਢ ਰਹੇ ਆ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਆ ਉਸ ਪਾਸੇ ਨੂੰ ਜਾ ਰਿਹਾ। ਤੁਸੀਂ ਬੀਜੇਪੀ ਦਾ ਜ਼ਿਕਰ ਕਰ ਰਹੇ ਹੋ, ਸੰਸਥਾਵਾਂ ਉਹਨਾਂ ਨੂੰ ਕੋਰਾ ਲਾਉਣ ਦੀ ਗੱਲ ਹੋ ਰਹੀ ਹੈ। ਨਹੀਂ, ਤੁਹਾਨੂੰ ਲੱਗਦਾ ਬੀਜੇਪੀ ਕੋਈ ਇੰਟਰਫੇਰੈਂਸ ਕਰ ਰਹੀ ਹੈ ਜਾਂ ਪਿੱਛੇ ਬੀਜੇਪੀ ਖੜੀ ਹੈ ਜਿਹੜੀ ਹੋਰ ਧਿਰ ਦਾ ਜ਼ਿਕਰ ਹੋ ਰਿਹਾ? ਤੁਸੀਂ ਨਾਮ ਨਹੀਂ ਲੈ ਰਹੇ, ਮੈਂ ਨਾਮ ਸਿੱਧਾ ਲੈ ਕੇ ਤੁਹਾਨੂੰ ਸਵਾਲ ਕਰ ਰਿਹਾ। ਦੇਖੋ ਜੀ, ਦਿੱਲੀ ਦੇ ਵਿੱਚ ਕਿਹੜੀ ਧਿਰ ਖੜੀ? ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਉਹਦੇ ਤੋਂ ਬਾਅਦ ਪ੍ਰਧਾਨ ਬਣਿਆ ਤੇ ਜਿਹੜੀ ਧਿਰ ਦੇ ਕੋਲ ਸੱਤਾ ਆਈ ਆ ਉਹਦੇ ਪਿੱਛੇ ਮਨਜਿੰਦਰ ਸਿਰਸਾ ਖੜਾ ਕਿ ਨਹੀਂ ਖੜਾ? ਤੇ ਮਨਜਿੰਦਰ ਸਿਰਸਾ ਜਿਹੜਾ ਵਾ ਉਹ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਆ? ਇਹ ਕਿਸੇ ਨੂੰ ਕੋਈ ਭੁਲੇਖਾ ਵਾ?
ਠੀਕ ਹੈ। ਇਸੇ ਤਰੀਕੇ ਦੇ ਨਾਲ ਵਾਇਆ ਇਹ ਸਿਰਸਾ ਜਾਂ ਹੋਰ ਜਿਹੜਾ ਸੁਖਦੇਵ ਢੀਂਡਸਾ ਉਹੀ ਸਾਜ਼ਿਸ਼ਾਂ ਹੋ ਰਹੀਆਂ ਜਿਹੜੀਆਂ ਦਿੱਲੀ ਦੇ ਵਿੱਚ ਹੋ ਰਹੀਆਂ। ਮੈਂ ਕੁਲਦੀਪ ਜੀ ਤੁਹਾਡੇ ਕੋਲ ਇੱਕ ਸੈਕਿੰਡ ਚ ਵਾਪਸ ਠੀਕ ਹੈ, ਤੁਸੀਂ ਉਹ ਪੁਆਇੰਟ ਚੁੱਕ ਰਹੇ ਹੋ। ਭਾਈ ਅਮਰਿੰਦਰ ਜੀ ਤੁਸੀਂ ਵੀ ਇਹੀ ਕਹਿ ਰਹੇ ਹੋ ਕਿ ਮੈਂ ਕਾਨੇ ਕੇ ਜੀ ਆ ਰਿਹਾ ਤੁਹਾਡੇ ਕੋਲ, ਮੈਨੂੰ 10 ਸੈਕਿੰਡ ਦਿਵੋ। ਤੁਹਾਨੂੰ ਵੀ ਬੀਜੇਪੀ ਵਾਲੇ ਪਾਸੇ ਲੱਗ ਰਿਹਾ ਤੇ ਤੁਹਾਨੂੰ ਲੱਗਦਾ ਕਿ ਉਹ ਧਿਰ ਵੀ ਮਾਈਨਸ ਬਾਦਲ ਨਹੀਂ ਹੈ? ਬਿਲਕੁਲ, ਤੁਸੀਂ ਬੀਜੇਪੀ ਦਾ ਜ਼ਿਕਰ ਕਰ ਰਹੇ ਸੀ, ਮੇਰਾ ਇਸ਼ਾਰਾ ਬਿਲਕੁਲ ਉਧਰ ਸੀ, ਤੁਸੀਂ ਸਹੀ ਗੱਲ ਕੀਤੀ ਹੈ। ਪਰ ਮਤਲਬ ਇਸ਼ੂ ਇਹ ਹੈ ਕਿ ਵੀ ਬੀਜੇਪੀ ਜਿਹੜੀ ਹੈ ਉਹ ਹਕੀਕਤ ਹੈ ਕਿਹਦੇ ਨਾਲ? ਜਿਵੇਂ ਇਹ ਕੁਲਦੀਪ ਜੀ ਕਹਿ ਰਹੇ ਕਿ ਉਹ ਢੀਂਡਸਾ ਗਰੁੱਪ ਦੇ ਨਾਲ ਹੈਗੀ ਹੈ ਕਿ ਬਾਦਲ ਫੈਮਿਲੀ ਨਾਲ ਹੈ ਜੀ। ਮੇਰਾ ਇਹ ਮੰਨਣਾ ਹੈ ਕਿ ਦਿੱਲੀ 'ਚ ਤਾਂ ਨਾਲ ਨਜ਼ਰ ਨਹੀਂ ਆਈ, ਉਹ ਤਾਂ ਬਿਲਕੁਲ ਲਾਂਭੇ ਕਰ ਦਿੱਤਾ ਗਿਆ ਪੂਰੇ ਪ੍ਰਬੰਧਾਂ ਤੋਂ। ਇਨੀਸ਼ੀਅਲੀ ਉਹ ਉਹਨਾਂ ਦੇ ਨਾਲ ਹੀ ਸੀ, ਉਹ ਬਾਅਦ ਦੇ ਵਿੱਚ ਉਹਨਾਂ ਦੀ ਬਾਦਲ ਫੈਮਿਲੀ ਦੀ ਜਿਹੜੀ ਪਰਸਨਲ ਆਪਣੀ ਫੈਮਿਲੀ ਪੋਲਿਟਿਕਸ ਦੇ ਵਿੱਚੋਂ ਸਾਰਾ ਕੁਝ ਨਿਕਲਿਆ ਇਹ। ਤੇ ਹਕੀਕਤ ਦੇ ਵਿੱਚ ਤਾਂ ਬੀਜੇਪੀ ਜਿਹੜੀ ਹੈਗੀ ਹੈ ਉਹ ਅੱਜ ਵੀ ਬਾਦਲ ਕਲੈਨ ਦੇ ਨਾਲ ਹੀ ਹੈ। ਅੱਜ ਵੀ ਤੁਸੀਂ ਮਾਈਨਸ ਬਾਦਲ ਨਹੀਂ ਦੇਖ ਰਹੇ ਉਸ ਧਿਰ ਨੂੰ? ਕੁਲਦੀਪ ਜੀ ਪਲੀਜ਼ ਤੁਸੀਂ ਕੰਪਲੀਟ ਕਰ ਲਓ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਉਹ ਕਹਿ ਰਹੇ ਨੇ ਕਿ ਨਹੀਂ ਇਹ ਮਾਈਨਸ ਬਾਦਲ ਨਹੀਂ ਹੈ। ਦੇਖੋ ਜੀ, ਮੈਂ ਤੇ ਸਰਦਾਰ ਕਾਨਕੇ ਜਿਹੜੇ ਸਾਹਿਬ ਮੈਂਬਰ ਇੱਥੇ ਬੈਠੇ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਿੱਖ ਕੌਮ ਦੇ ਸਾਹਮਣੇ ਇਸ ਵੇਲੇ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਉਹ ਦਰਪੇਸ਼ ਆ। ਸਾਨੂੰ ਵੀ ਪਤਾ ਵਾ ਕਿ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਘੱਟ ਗਿਣਤੀ ਬਣਦੇ ਜਾ ਰਹੇ ਹਾਂ। ਚਾਹੀਦਾ ਤੇ ਇਹ ਵੀ ਹੈ ਜਿੰਨੇ ਵੀ ਸਾਡੇ ਮੈਂਬਰ ਆ, ਸਤਿਕਾਰਯੋਗ ਬੀਬੀ ਜਗੀਰ ਕੌਰ ਜੀ, ਕਾਨਕੇ ਸਾਹਿਬ ਜਾਂ ਦੂਜੇ ਤੀਜੇ, ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਮਿਲ ਬੈਠ ਕੇ ਕੋਈ ਨਾ ਕੋਈ ਪ੍ਰੋਗਰਾਮ ਇਹੋ ਜਿਹਾ ਲਿਖਦੇ। ਪਰ ਜੇ ਸਾਡੀ ਸਾਰਿਆਂ ਦੀ ਲੜਾਈ ਕੁਰਸੀ ਦੀ ਆ, ਇਹਦੇ ਵਿੱਚੋਂ ਦੱਸੋ ਸਿੱਖਾਂ ਨੂੰ ਕੀ ਮਿਲਣਾ? ਜੇ ਮੰਨ ਲਓ ਵੀ ਜਿਨ੍ਹਾਂ ਦੀ ਸਪੋਰਟ ਸੁਖਦੇਵ ਸਿੰਘ ਢੀਂਡਸਾ ਨਹੀਂ ਕਰਨਗੇ ਤੇ ਜੇ ਉਹ ਪ੍ਰਧਾਨ ਬਣ ਜਾਣਗੇ, ਇਹਦੇ ਵਿੱਚ ਕੋਈ ਸਿੱਖੀ ਦਾ ਤੁਹਾਨੂੰ ਭਲਾ ਨਜ਼ਰ ਆਉਂਦਾ ਵਾ? ਗੱਲ ਤੇ ਲਿਫਾਫੇ ਦੀ ਆ। ਮੈਂ ਦੂਜੀ ਗੱਲ ਇਹ ਕਰਨਾ ਚਾਹੁੰਦਾ, ਮੰਨ ਲਓ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ, ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਪਾਰਟੀ ਦੇ ਮੈਂਬਰ ਜ਼ਿਆਦਾ ਜਿੱਤ ਜਾਂਦੇ ਆ, ਉਹ ਉੱਥੇ ਜਦੋਂ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਵਾ ਤੇ ਉਦੋਂ ਏਦਾਂ ਵੋਟਿੰਗ ਹੁੰਦੀ ਆ ਇਸ ਤਰੀਕੇ ਦੇ ਨਾਲ ਵੀ ਜਿਹੜੇ ਤਰੀਕੇ ਨਾਲ ਇਹ ਕਾਨਕੇ ਸਾਹਿਬ ਕਹਿ ਰਹੇ ਆ। ਭਾਵੇਂ ਕਿ SGPC ਦੇ ਹਾਊਸ ਦੇ ਵਿੱਚ, ਤੇਜਾ ਸਿੰਘ ਸਮੁੰਦਰੀ ਹਾਊਸ ਦੇ ਵਿੱਚ ਵੋਟਾਂ ਜਿਹੜੀਆਂ ਹੁੰਦੀਆਂ ਵਾ, ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹਨਾਂ ਨੂੰ ਜਿੰਨੀਆਂ ਕੁ ਵੋਟਾਂ ਪੈਣੀਆਂ ਹੁੰਦੀਆਂ, ਆਪਾਂ ਪਰ ਸਭ ਜਾਣਦੇ ਪਿਛਲੇ 11 ਸਾਲਾਂ ਤੋਂ ਜਦੋਂ ਵੋਟਾਂ ਸਾਡੀਆਂ ਪੈਂਡਿੰਗ ਪਈਆਂ ਵਾ, ਜਿਹੜੀ ਧਿਰ 11 ਤੋਂ ਚੱਲੀ ਆ ਰਹੀ ਉਹ ਚੱਲੀ ਆ ਰਹੀ ਆ। ਤਾਂ ਜਾਣਾ ਤੇ ਇਹ ਪਾਸੇ ਚਾਹੀਦਾ ਵੀ ਇਲੈਕਸ਼ਨ ਹੋਵੇ, ਪਰ ਇਹ ਪਾਸੇ ਸਾਰੀਆਂ ਧਿਰਾਂ ਨਾ ਜਾ ਕੇ ਸਿਰਫ ਇਸ ਪਾਸੇ ਜਾ ਰਹੀਆਂ ਵੀ ਕਬਜ਼ਾ ਸਾਡਾ ਹੋਵੇ। ਇਹ ਕਬਜ਼ੇ ਦੀ ਜਿਹੜੀ ਰਾਜਨੀਤੀ ਆ ਸਿੱਖਾਂ ਦੇ ਭਲੇ ਹਿੱਤ ਨਹੀਂ ਹੈਗੀ। ਕਾਨੇਕੇ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਮੈਂ ਗਰੇਵਾਲ ਸਾਹਿਬ ਫਿਰ ਆਉਣਾ ਤੁਹਾਡੇ ਕੋਲ। ਪਹਿਲੀ ਗੱਲ ਤਾਂ ਇਹ ਹੈ ਜੀ, ਪਿਛਲੇ ਦਿਨਾਂ 'ਚ ਰਾਸ਼ਟਰਪਤੀ ਦੀ ਚੋਣ ਹੋਈ। ਬਿਲਕੁਲ ਮੇਰੇ ਸਾਥੀ ਨੇ ਇਹ ਗੱਲ ਕਹੀ ਹੈ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕੇਂਦਰ ਦੇ ਵਿੱਚ ਹਜੇ ਵੀ ਬੀਜੇਪੀ ਨਾਲ ਜੁੜੇ ਹੋਏ ਨੇ। ਉਹ ਚੋਣ ਦੇ ਵਿੱਚ ਹੁਣੇ ਹੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਹਨਾਂ ਨੇ ਆਦੀ VOTING ਜਿਹੜੀ ਕੀਤੀ ਹੈ ਬੀਜੇਪੀ ਨੂੰ ਕੀਤੀ ਹੈ। ਨੰਬਰ 2, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਪਿਛਲੇ 2 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਚਲਾ ਰਿਹਾ ਹੈ, ਉਹਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਨਿਘਾਰ ਵਿੱਚ ਚਲੀ ਗਈ। ਇਹਦੇ ਜਿੰਨੇ ਵੀ ਵਿਦਿਅਕ ਅਦਾਰੇ ਨੇ, ਚਾਹੇ ਪ੍ਰਿੰਟਿੰਗ ਪ੍ਰੈਸਾਂ ਨੇ, ਸਾਰੀਆਂ ਘਾਟੇ ਵਿੱਚ ਚਲੀਆਂ ਗਈਆਂ। ਸੋ ਇਸ ਵਕਤ ਸਿੱਖ ਕੌਮ ਇਸ ਗੱਲ ਦੀ ਮੰਗ ਕਰਦੀ ਹੈ ਕਿ ਦੁਬਾਰਾ ਇਲੈਕਸ਼ਨ ਹੋਵੇ, ਜਿੰਨਾ ਛੇਤੀ ਇਲੈਕਸ਼ਨ ਹੋਵੇ, ਤਾਂ ਕਿ ਜੋ ਇਸ ਵਕਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਨਿਘਾਰ ਵਿੱਚ ਚਲੀ ਗਈ ਹੈ, ਇਸ ਨਿਘਾਰ ਨੂੰ ਕਿਵੇਂ ਰੋਕਿਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿਸੇ ਸਮੇਂ 8-9 ਸਟੇਟਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਜੁੜ ਕੇ ਇਹ ਇੱਕ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਕੰਮ ਕਰਦੀ ਹੈ, ਸਿੱਖਾਂ ਦੀ ਸੁਪਰੀਮ ਬਾਡੀ ਹੈ। ਔਰ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਪੰਜਾਬ ਤੱਕ ਹੀ ਸੀਮਿਤ ਹੋਣ ਵੱਲ ਜਾ ਰਹੀ ਹੈ। ਤੇ ਇਸ ਗੱਲ ਦੀ ਚਿੰਤਾ ਸਾਰੀ ਸਿੱਖ ਕੌਮ ਨੂੰ ਹੈ ਕਿ ਸਿੱਖ ਕੌਮ ਨੂੰ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕੋਈ ਸੰਸਥਾ ਅਜਿਹੀ ਹੋਣੀ ਚਾਹੀਦੀ ਹੈ ਸਿੱਖ ਕੌਮ ਕੋਲੇ ਜਿਹੜੀ ਸਿੱਖ ਕੌਮ ਦੀ ਠੀਕ ਢੰਗ ਨਾਲ ਅਗਵਾਈ ਕਰ ਸਕੇ। ਸੋ ਇਹ ਚਿੰਤਾ ਮੈਥੋਂ ਪਹਿਲਾਂ ਵਾਲੇ ਬੁਲਾਰੇ ਨੇ ਦੇਖੋ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਵੀ ਪਹੁੰਚ ਗਈ ਕਾਨੇਕੇ ਸਾਹਿਬ ਕਿ ਜਿਹੜੀ ਇੱਕ ਧਿਰ ਸਪੋਰਟ ਕਰਦੀ ਨਜ਼ਰ ਆਉਂਦੀ ਹੈ ਜਾਂ ਫਿਰ ਕਹੀਏ ਕਿ ਬੀਬੀ ਜਗੀਰ ਕੌਰ ਦੇ ਨਾਲ ਖੜੀ ਨਜ਼ਰ ਆਉਂਦੀ ਹੈ, ਤਾਂ ਉਹ ਤੁਹਾਡੇ ਵਾਲੇ ਪਾਸੇ ਵੀ ਉਂਗਲ ਹੈ ਕਿ ਤੁਸੀਂ ਵੀ ਹੈਗੇ ਹੋ ਔਰ ਤੁਹਾਡੇ ਜ਼ਰੀਏ ਬੀਜੇਪੀ ਨੂੰ ਵੀ ਦੇਖਿਆ ਜਾ ਰਿਹਾ ਹੈ। ਇਹ ਤਾਂ ਇਹਨਾਂ ਦੀ ਫੁੱਟ ਚੱਲ ਰਹੀ ਹੈ। ਬੀਬੀ ਜਗੀਰ ਕੌਰ ਤੇ ਜਿਹੜੇ ਬਾਗੀ ਨੇਗੇ, ਜਿਹੜੇ ਝੁੰਦਾ ਕਮੇਟੀ ਵਾਲੇ ਨੇਗੇ, ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ, ਕਿਉਂਕਿ ਪਿਛਲੀਆਂ 3 ਇਲੈਕਸ਼ਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ, ਪਿਛਲੇ 1 ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਬੈਕਫੁੱਟ ਤੇ ਆ ਗਿਆ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਬੀਬੀ ਜਗੀਰ ਕੌਰ ਜੇਕਰ ਇਲੈਕਸ਼ਨ ਲੜਦੇ
ਜੀ ਜੇ ਉਹਨਾਂ ਦਾ ਨਾਮ ਅਨਾਉਂਸ ਨਹੀਂ ਹੁੰਦਾ ਤੇ ਇਲੈਕਸ਼ਨ ਲੜਦੇ ਨੇ ਤਾਂ ਫਿਰ ਕੀ ਤੁਹਾਡੀ ਸਪੋਰਟ ਹੋਏਗੀ? ਅਸੀਂ ਸਾਡੀ ਸਪੋਰਟ ਹਰ ਉਸ ਉਮੀਦਵਾਰ ਨੂੰ ਹੋਊਗੀ ਜਿਹੜਾ ਉਮੀਦਵਾਰ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਿਫਾਫੇ ਦੇ ਵਿੱਚੋਂ ਨਿਕਲਣ ਵਾਲੇ ਉਮੀਦਵਾਰ ਦੇ ਉਲਟ ਹੋਊਗਾ। ਫਿਰ ਤਾਂ ਤੁਹਾਡੀ ਹੱਲਾਸ਼ੇਰੀ ਪੂਰੀ ਹੈ। ਨਹੀਂ, ਫਿਰ ਤੁਹਾਡੀ ਹੱਲਾਸ਼ੇਰੀ ਪੂਰੀ ਹੈ ਇਸ ਦਾ ਮਤਲਬ। ਅਸੀਂ ਲਿਫਾਫਾ ਕਲਚਰ ਨੂੰ ਵੀ ਤੋੜਨਾ, ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਵੀ ਕਰਨਾ। ਗਰੇਵਾਲ ਸਾਹਿਬ, ਕਿਉਂਕਿ ਇਹਨਾਂ ਨੇ ਪ੍ਰਬੰਧ ਕਰਕੇ ਹੀ ਸ਼੍ਰੋਮਣੀ ਕਮੇਟੀ ਅੱਜ ਬਹੁਤ ਨਿਘਾਰ ਵਿੱਚ ਚਲੀ ਗਈ ਹੈ। ਸਿੱਖ ਕੌਮ ਅੱਜ ਮੰਗ ਕਰਦੀ ਹੈ ਕਿ ਚੋਣਾਂ ਇਹ ਉੱਪਰ ਵੀ ਰਲੇ ਹੋਣਗੇ, ਕੇਂਦਰ ਨਾਲ ਵੀ ਰਲੇ ਹੋਣਗੇ, ਪੰਜਾਬ ਸਰਕਾਰ ਨਾਲ ਵੀ ਰਲ ਚੁੱਕੇ, ਪਹਿਲਾਂ ਚੋਣ ਨਹੀਂ ਹੋਣ ਦਿੱਤੀ। ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਆਣਾ, ਕੁਲਦੀਪ ਜੀ ਕੁਝ ਕਹਿਣਾ ਚਾਹ ਰਹੇ ਨੇ, ਐਡ ਕਰ ਲੈਣ ਦਿਓ, ਤੁਸੀਂ ਇਕੱਠੇ ਜਵਾਬ ਦੇ ਦਿਓ। ਕੁਲਦੀਪ ਜੀ। ਮੈਂ ਜੀ ਕਾਨਕੇ ਸਾਹਿਬ ਜੀ ਨੂੰ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਨਿਘਾਰ ਆ ਗਿਆ ਸ਼੍ਰੋਮਣੀ ਕਮੇਟੀ 'ਚ, ਇਹ ਪਿਛਲੇ 2 ਸਾਲ ਤੋਂ ਆਇਆ ਕਿ ਪਹਿਲਾਂ ਵੀ ਆਇਆ ਸੀ? ਪਹਿਲਾਂ ਤੇ ਤੁਸੀਂ ਵੀ ਸਾਰੇ ਇਕੱਠੇ ਰਹੇ ਹੋ। 2019 ਤੱਕ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੇ ਆ, ਔਰ ਜਦੋਂ 17 ਦੇ ਵਿੱਚ ਸਰਕਾਰ ਚੱਲ ਗਈ ਤੁਸੀਂ ਬਾਹਰ ਆ ਗਏ ਹੋ। ਜੇ ਇਹਨੂੰ ਆਪਾਂ ਸਵਾਰਥ ਨਹੀਂ ਕਵਾਂਗੇ ਤੇ ਕੀ ਕਵਾਂਗੇ? ਇਹਦੇ 'ਚ ਸਿੱਖੀ ਦਾ ਭਲਾ ਮੈਨੂੰ ਦੱਸੋ ਕਿੱਥੇ ਹੈਗਾ? ਨਹੀਂ, ਤੁਸੀਂ ਦੋਵੇਂ ਚੀਜ਼ਾਂ ਨੂੰ ਮਿਕਸ ਨਹੀਂ ਕਰ ਰਹੇ ਕੁਲਦੀਪ ਜੀ, ਕਿ ਪੋਲੀਟੀਕਲ ਵੀ ਔਰ ਧਾਰਮਿਕ ਸਿਆਸਤ ਨੂੰ ਵੀ? ਬਿਲਕੁਲ ਜੀ, ਸਾਡੀ ਤੇ ਹੈ ਹੀ ਮੇਰੀ ਪੀਰੀ ਚ ਤੇ ਗੱਲ ਹੀ ਕੋਈ ਨਹੀਂ। ਮੈਂ ਤੇ ਇਹ ਕਹਿ ਰਿਹਾ ਜੀ, ਇਹ 2 ਸਾਲ ਤੱਕ ਕਾਨਕੇ ਸਾਹਿਬ ਵੀ ਤੇ ਅਕਾਲੀ ਦਲ ਬਾਦਲ ਦੇ ਨਾਲ ਹੀ ਹੈਗੇ ਸੀ ਨਾ। ਜੇ ਨਿਗਾਰ ਆਇਆ ਤੇ ਉਹ ਸਿਰਫ 2 ਸਾਲਾਂ ਦੇ ਵਿੱਚ ਆਇਆ। ਸਪਸ਼ਟ ਕਰਨ ਕਿ ਪਹਿਲਾਂ ਤੋਂ ਨਿਗਾਰ ਆਇਆ ਜਦੋਂ ਆਪਾਂ ਆਪੋਜੀਸ਼ਨ ਦੇ ਵਿੱਚ ਹੁੰਨੇ। ਚਲੋ ਜਵਾਬ ਲੈ ਲਵਾਂ, ਹੁਣ ਸਮਾਂ ਵੀ ਪੂਰਾ ਆਪਣੇ ਕੋਲ ਸਮਾਂ ਵੀ ਪੂਰਾ ਹੋਏਗਾ। ਕਾਨਕੇ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੀੜਾਂ ਦੀ ਬੇਅਦਬੀ ਹੁੰਦੀ ਹੋਵੇ ਤਾਂ ਉਸ ਸਮੇਂ ਕੋਈ ਵੀ ਸਿੱਖ ਹੈ ਜਿਹੜਾ ਉਹ ਇਹ ਨਹੀਂ ਚਾਹੂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ। ਤੇ ਇਸ ਤਰ੍ਹਾਂ ਜਿਹੜਿਆ ਘਟਨਾਕ੍ਰਮ ਪਿਛਲੇ ਸਮੇਂ 'ਚ ਵਾਪਰਿਆ ਉਹਦੇ ਤੇ ਇਹ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਹੋਵੇ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਹੁੰਦੀ ਹੋਵੇ ਤੇ ਬੇਅਦਬੀ ਕਰਨ ਵਾਲਿਆਂ ਨੂੰ ਫੜਿਆ ਨਾ ਜਾਂਦਾ ਹੋਵੇ। ਤੇ ਇਸ ਕਰਕੇ ਇਹ ਅਸੀਂ ਸਾਰੇ ਜਿਹੜੇ ਹਾਂ ਉੱਥੇ ਇਹਨਾਂ ਦਾ ਵਿਰੋਧ ਵਿੱਚ ਆਏ ਆ, ਬਾਹਰ ਵਿੱਚ ਆ ਕੇ ਬਾਹਰ, ਔਰ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਦੇ ਖਿਲਾਫ ਉਹਦੇ ਪੰਥਕ ਜਿਹੜਾ ਏਜੰਡਾ ਸੀ ਉਹਦਾ, ਉਹ ਪੰਥਕ ਏਜੰਡੇ ਨੂੰ ਛੱਡ ਕੇ ਇਸ ਕਰਕੇ ਅਸੀਂ ਦਾ ਵਿਰੋਧ ਕਰ ਰਹੇ ਹਾਂ। ਸਰਦਾਰ ਸਾਹਿਬ, ਅਸੀਂ ਜਿਹੜੀ ਬੇਅਦਬੀ ਆ ਉਹ ਤੇ 2015 ਦੇ ਵਿੱਚ ਹੋਈ। 15 ਦੇ ਵਿੱਚ ਕੋਈ ਸਰਕਾਰ ਦੇ ਅੰਦਰ ਬੈਠੇ ਸੁਖਦੇਵ ਸਿੰਘ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਆ, ਤੁਸੀਂ 17 ਦੇ ਵਿੱਚ ਕਿਉਂ ਨਹੀਂ ਬਾਹਰ ਆਇਆ ਵਿੱਤ ਮੰਤਰੀ? ਬੇਅਦਬੀ ਦੇ 15 ਚ ਹੁੰਦੀ ਆ ਨਾ, ਤੁਸੀਂ ਤਾਂ 19 ਚ ਬਾਹਰ ਆਉਨੇ ਹੋ। ਕਿਹੜੀ ਸਿੱਖੀ ਦੀ ਗੱਲ ਹੈ ਦੱਸੋ? ਜੇ ਸਵਾਰਥ ਨਹੀਂ ਤਾਂ ਹੋਰ ਕੀ ਹੈ? ਦੇਖੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਘਾਰ ਹੈ ਜਿਹੜਾ ਅੱਜ ਘੱਟੋ ਘੱਟ 6 ਮਹੀਨੇ ਹੋ ਗਏ ਸਕੂਲਾਂ ਕਾਲਜਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਅੱਜ ਇਹਨਾਂ ਦਾ ਠੀਕ, ਆਪਾਂ ਡੀਰੇ ਨਾ ਹੋ ਜਾਈਏ ਮਸਲੇ ਤੋਂ, ਆਪਾਂ ਉਸੇ ਪੁਆਇੰਟ ਦੇ ਉੱਤੇ ਰਹੀਏ। ਮੈਂ ਲੋਕਤੰਤਰ ਦੇ ਲਿਫਾਫੇ ਦਾ ਜ਼ਿਕਰ ਕਰ ਰਿਹਾ ਸੀ। ਗਰੇਵਾਲ ਸਾਹਿਬ, ਸਮਾਂ ਆਪਣੇ ਕੋਲ ਬਹੁਤ ਪੂਰਾ ਹੁਣ ਮੈਂ ਇੱਕ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂ। ਗਰੇਵਾਲ ਸਾਹਿਬ, ਮੇਰੇ ਸਤਿਕਾਰਯੋਗ ਕਾਨਕੇ ਸਾਹਿਬ ਆ, ਵੇਖੋ ਕਾਨਕੇ ਸਾਹਿਬ ਇੱਕ ਨਾ ਬੜੀ ਇੱਕ ਦਲੇਰੀ ਹੁੰਦੀ ਆ। ਕੋਈ ਗੱਲ ਨਹੀਂ, ਇੱਥੇ ਆਪਾਂ ਬੈਠੇ ਆ, ਤੁਹਾਨੂੰ ਸਾਰੇ ਲੋਕ ਸੁਣ ਰਹੇ ਆ, ਇੱਥੇ ਕੋਈ ਜਿੱਤ ਹਾਰ ਦਾ ਮਸਲਾ ਨਹੀਂ ਆਪਣਾ। ਆਪਾਂ ਤਾਂ ਇੱਕ ਵਿਚਾਰ ਕਰ ਰਹੇ ਆ। ਵਾਕਈ ਜਿਹੜੀ ਕੁਲਦੀਪ ਸਿੰਘ ਜੀ ਨੇ ਗੱਲ ਕੀਤੀ, ਮੈਂ 4 ਸਾਲ ਗਿਣਦਾ ਸੀ, ਕੁਲਦੀਪ ਸਿੰਘ ਜੀ ਨੇ ਧਿਆਨ ਦਵਾਤਾ 2019 ਦਾ ਹੀ, ਬਈ ਤੁਸੀਂ 20 ਸਾਲ ਦੀ ਗੱਲ ਕਰਦੇ ਹੋ ਤੇ 20 ਸਾਲ ਦੇ ਵਿੱਚ ਤੁਸੀਂ ਭਾਗੀਦਾਰ ਹੋ ਉਹਦਾ ਤੁਸੀਂ ਦੱਸੋ ਕਿ ਅਸੀਂ ਗੁਨਾਹਗਾਰ ਹਾਂ। 20 ਸਾਲ ਦੀ ਗੱਲ ਕਰਦੇ ਹੋ, ਗਏ ਤਾਂ ਤੁਸੀਂ 2 ਸਾਲ ਪਹਿਲਾਂ ਹੀ ਆ, 3 ਸਾਲ ਪਹਿਲਾਂ ਹੀ ਆ। ਤੇ ਦੂਜੀ ਤੁਸੀਂ ਬਾਰ-ਬਾਰ ਜਿਹੜਾ ਅਕਾਲੀ ਦਲ ਨੂੰ ਗੱਲ ਕਰਦੇ ਆ, ਮੇਰੇ ਲਈ ਬੜੇ ਸਤਿਕਾਰਯੋਗ ਨੇ, ਭਰੇ ਮਨ ਨਾਲ ਗੱਲ ਕਰਦੇ ਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੇਰੇ ਲਈ ਬਹੁਤ ਸਤਿਕਾਰਯੋਗ ਨੇ। ਉਹਨਾਂ ਦੀ ਜਿਹੜੀ ਸਿੱਖਾਂ ਦੇ ਵਿੱਚ ਸ਼ਾਖ ਪਿਛਲੇ ਸਮੇਂ ਰਹੀ ਆ, ਉਸ ਗੱਲ ਦਾ ਮੇਰੇ ਮਨ ਦੇ ਅੰਦਰ ਸਤਿਕਾਰ ਹੈ। ਉਹ ਸਿਆਸੀ ਨਾਲੋਂ ਉਹਨਾਂ ਦਾ ਜਾਤੀ ਤੌਰ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ। ਪਰ ਸੁਖਦੇਵ ਸਿੰਘ ਢੀਂਡਸਾ ਜੀ ਲਗਾਤਾਰ 3-4 ਚੋਣਾਂ ਹਾਰ ਗਏ। ਮੈਨੂੰ ਦੱਸੋ ਕਿ ਤੁਹਾਡੇ ਉਹ ਲੀਡਰ ਨੇ, ਤੁਸੀਂ ਹੁਣ ਕੀ ਕਹੋਗੇ ਉਹਨਾਂ ਦੇ ਬਾਰੇ? ਤੁਹਾਡੇ ਆਗੂ ਨੇ, ਤੁਹਾਡੀ ਪਾਰਟੀ ਦੇ ਪ੍ਰਧਾਨ ਨੇ, 3-4 ਵਾਰ ਚੋਣਾਂ ਹਾਰ ਗਏ। ਹੁਣ ਤੁਸੀਂ ਇਹਦੇ ਚ ਕੀ ਕਹੋਗੇ ਵੀ ਉਹ ਤਾਂ ਖਤਮ ਹੋ ਗਿਆ ਕੰਮ? ਸਰਦਾਰ ਸੁਖਦੇਵ ਸਿੰਘ ਢੀਂਡਸਾ ਇੱਕ ਧਿਰ ਚਲਾ ਰਹੇ ਨੇ, ਇੱਕ ਪਾਰਟੀ ਚਲਾ ਰਹੇ ਨੇ। ਏਦਾਂ ਨਹੀਂ ਚੱਲੀ ਹੁੰਦਾ, ਇਹ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਇਹ ਤਾਂ ਤੁਹਾਡੇ ਤੇ ਵੀ ਆਏ ਹੋਣੇ ਆ। ਤੇ ਅੱਜ ਜੇ ਕਹੀਏ ਵੀ ਅਕਾਲੀ ਦਲ ਤੇ ਆ ਗਏ ਕਿ ਸਾਜ਼ਿਸ਼ਦੀਨ ਆ ਗਏ, ਸਾਡੀਆਂ ਗਲਤੀਆਂ ਕਰਨ ਆ ਗਏ, ਸਾਰਾ ਕੁਝ ਇਹਦੇ ਚ ਮਿਲਿਆ ਹੋਇਆ। ਪਰ ਇਹ ਗੱਲ ਏਦਾਂ ਨਾ ਕਰੋ। ਤੁਸੀਂ ਹੁਣ ਜਿਵੇਂ ਕੁਲਦੀਪ ਸਿੰਘ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਹਾਡੇ ਵਾਸਤੇ ਤਾਂ ਉਹ ਉਮੀਦਵਾਰ ਹੈ ਤੇ ਉਹ ਦੁੱਧ ਹੁੰਦਾ ਵਾ ਜਿਹੜਾ ਅਕਾਲੀ ਦਲ ਦੇ ਖਿਲਾਫ ਹੈ। ਤੇ ਕਿਹੜੇ ਆਧਾਰ ਤੇ, ਕਿਹੜੇ ਮੁੱਦਿਆਂ ਦੇ ਆਧਾਰ ਤੇ ਤੁਸੀਂ ਗੱਲ ਕਰਦੇ ਹੋ? ਬੀਬੀ ਜੀ ਨੇ ਤਾਂ ਹਾਲੇ ਗੱਲ ਕਹੀ ਨਹੀਂ। ਉਹਨਾਂ ਨੇ ਤਾਂ ਕਿਹਾ ਮੈਂ ਪਾਰਟੀ ਦੇ ਵਿੱਚ, ਪਾਰਟੀ ਦੀ ਜਿਹੜੇ ਮੈਂਬਰ ਆ ਸਾਡੇ, ਉਹਨਾਂ ਵਿੱਚੋਂ ਖੜਨਾ, ਉਹਨਾਂ ਵਿੱਚੋਂ ਲੜਨਾ। ਤੇ ਤੁਸੀਂ ਖਾਮ ਖਾ ਉਹਨਾਂ ਦੀ ਸਪੋਰਟ ਤੇ ਆ ਗਏ ਹੋ।
ਇਹਦਾ ਮਤਲਬ ਤੁਹਾਡੀ ਅੰਦਰ ਖਾਤੇ ਗੱਲਬਾਤ ਚੱਲ ਰਹੀ ਆ। ਤੋ ਜਿਹੜੀ ਕੁਲਦੀਪ ਸਿੰਘ ਉਹਨਾਂ ਨੇ ਗੱਲ ਕੀਤੀ ਹੈ, ਖਦਸ਼ਾ ਜਿਹੜਾ ਵਾ ਇਹ ਮਗ ਰਿਹਾ ਵਾ, ਤੇ ਇਹ ਆਵਾਮ ਜਿਹੜਾ ਇਸ ਬਾਰੇ ਸੋਚ ਰਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਦੁਆਰਾ ਕੋਈ ਰੋਲ ਤਾਂ ਨਹੀਂ ਅਦਾ ਕਰ ਰਹੀ। ਮੈਂ ਹਾਲੇ ਪੁਸ਼ਟੀ ਨਹੀਂ ਕਰਦਾ ਇਸ ਗੱਲ ਦੀ, ਪਰ ਆਉਣ ਵਾਲੇ ਦਿਨਾਂ 'ਚ ਇਸ ਗੱਲ ਦੀ ਪੁਸ਼ਟੀ ਹੋਣ ਦੀ ਸੰਭਾਵਨਾ ਹੈ ਜੇ ਇਹ ਗੱਲ ਹੋਏਗੀ ਜੀ। ਠੀਕ ਹੈ ਭਾਈ ਅਮਰਿੰਦਰ ਜੀ, ਮੈਂ ਇੱਕ ਫਾਈਨਲ ਰਿਐਕਸ਼ਨ ਚਾਹੂੰਗਾ, ਇੱਕ ਛੋਟਾ ਰਿਐਕਸ਼ਨ ਸਭ ਤੋਂ। ਲਿਫਾਫਾ ਕਲਚਰ ਨਜ਼ਰ ਆਉਂਦਾ ਹੈ ਕਿ ਨਹੀਂ? ਦੇਖੋ ਗੱਲ ਇਹ ਹੈ ਕਿ ਜੇਕਰ ਪਾਰਟੀ ਪ੍ਰਧਾਨ ਨੇ ਕਿਸੇ ਦਾ ਨਾਮ ਅਨਾਉਂਸ ਕਰ ਦਿੱਤਾ ਕਿ ਇਹ ਅਸੀਂ ਪ੍ਰਧਾਨ ਬਣਾ ਰਹੇ ਹਾਂ, ਤਾਂ ਫਿਰ ਬਾਕੀ ਪਾਰਟੀ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਕਿੱਥੇ ਵਿਰੋਧ ਕਰ ਲੈਣਗੇ। ਇਹ ਸਿਰਫ ਅਕਾਲੀ ਦਲ ਨਹੀਂ, ਕਿਸੇ ਵੀ ਪਾਰਟੀ ਦੇ ਵਿੱਚ ਕਿ ਜਦੋਂ ਹਾਈ ਕਮਾਨ ਨੇ ਆ ਕੇ ਇੱਕ ਨਾਮ ਦੱਸ ਦਿੱਤਾ ਕਿ ਅਸੀਂ ਇਹਨੂੰ ਇਹ ਅਹੁਦਾ ਦੇ ਰਹੇ ਹਾਂ, ਤਾਂ ਫਿਰ ਕੋਈ ਕਿੰਤੂ ਪਰੰਤੂ ਨਹੀਂ ਹੁੰਦੀ। ਉਹ ਚਾਹੇ ਬੀਜੇਪੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਆਪਾਂ ਦੇਖਿਆ ਪਿਛਲੇ ਸਮੇਂ। ਬਿਲਕੁਲ ਇਹ ਦਿਸ ਇਜ਼ ਜਸਟ ਲਾਈਕ ਕਿ ਜਿਵੇਂ ਇੱਕ ਪਾਰਟੀ ਵਿਪ ਜਾਰੀ ਕਰਦੀ ਹੈ, ਇੱਕ ਵਿਪ ਹੈ ਕਿ ਵੀ ਅਸੀਂ ਆ ਸਾਡਾ ਏਜੰਡਾ ਤੇ ਅਸੀਂ ਇਸ ਏਜੰਡੇ ਨੂੰ ਪਰਸਿਊ ਕਰਨਾ। ਜਿਵੇਂ ਵਿਪ ਜਾਰੀ ਕੀਤੀ ਜਾਂਦੀ ਹੈ ਉਹ ਸਾਰੇ ਮੈਂਬਰ ਮੰਨ ਲੈਂਦੇ ਆ। ਗੱਲ ਤਾਂ ਇਹ ਹੈ ਕਿ ਵੀ ਉਹ ਜਿਹੜੇ ਮੈਂਬਰਸ ਹੈਗੇ ਆ ਉਹ ਉਹਨਾਂ ਦੀ ਮੈਂਟੈਲਿਟੀ ਦੀ ਗੱਲ ਹੈ। ਜਦੋਂ ਹੁਣ ਤੁਸੀਂ ਜਿੱਤ ਕੇ ਜਨਰਲ ਇਲੈਕਸ਼ਨ ਹੋ ਨਹੀਂ ਰਹੀ, 11 ਸਾਲ ਹੋ ਗਏ ਆ ਤੇ ਪਬਲਿਕ ਡੋਮੇਨ ਦੇ ਵਿੱਚ ਤੁਸੀਂ ਜਾ ਨਹੀਂ ਰਹੇ, ਤੇ ਉਹ ਜਿਹੜੇ ਬੰਦੇ ਇੱਕ ਵਾਰੀ ਚੁਣ ਕੇ ਆਏ ਹੋਏ ਆ ਉਹ ਪਤਾ ਸਾਨੂੰ ਕਿ ਵੀ ਉਹ ਕਿਹਦੇ ਨਾਲ ਅਲਾਈਨਡ ਹੈਗੇ। ਸੋ ਉਹਨਾਂ ਕੋਲੋਂ ਐਕਸਪੈਕਟ ਕਰਨਾ ਮਤਲਬ ਮੈਂ ਨਹੀਂ ਸਮਝਦਾ ਕਿ ਕੋਈ ਵਾਜਬ ਗੱਲ ਹੋਏਗੀ। ਉਹ ਉਹਨਾਂ ਦਾ ਤਾਂ ਸਾਨੂੰ ਕਲੀਅਰ ਹੈ ਕਿ ਵੀ ਉਹਨਾਂ ਨੇ ਕਿੱਥੇ ਖੜੇ ਹੋਣਾ। ਨਹੀਂ, ਜਿਹੜੀ ਰਾਏ ਲਈ ਜਾਂਦੀ ਹੈ, ਰਾਏ ਲਈ ਜਾਣ ਤੋਂ ਬਾਅਦ ਕੋਈ ਨਾਮ ਫਾਈਨਲ ਕੀਤਾ ਜਾਂਦਾ ਹੈ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ, ਇਹ ਪੂਰਾ ਲੌਜੀਕ ਤੁਹਾਨੂੰ ਸਮਝ ਆਉਂਦਾ ਹੈ? ਲੱਗਦਾ ਕਿ ਇਹ ਪੂਰਾ ਡੈਮੋਕ੍ਰੈਟਿਕ ਵੇ ਹੈ? ਡੈਮੋਕ੍ਰੈਟਿਕ ਸਮਝ ਲਓ, ਉਹ ਆਪਣੀ ਅਪਰੋਚ ਦੇਖਦੇ ਆ ਵੀ ਸਾਨੂੰ ਪੋਲੀਟੀਕਲੀ ਕਿਹੜਾ ਬੰਦਾ ਜਿਹੜਾ ਹੈਗਾ ਉਹ ਸਾਡੇ ਏਜੰਡੇ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਤੇ ਉਹਦੇ ਵਿੱਚ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਲੰਬੇ ਸਮੇਂ ਤੋਂ ਬਾਦਲ ਕਲੈਨ ਜਿਹੜਾ ਹੈਗਾ ਉਹਨੇ ਜੱਫਾ ਪਾਇਆ ਹੋਇਆ, ਤੇ ਉਹਦੇ ਉਸੇ ਦਾ ਰਿਜ਼ਲਟ ਹੈ ਕਿ ਅੱਜ ਜਿਹੜਾ ਅਕਾਲੀ ਦਲ ਹਾਸ਼ੀਏ ਤੇ ਖੜਾ ਹੈ ਤੇ ਸਾਨੂੰ ਨੀਵਾਂ ਦੇਖਣਾ ਪੈਂਦਾ। ਜੇਕਰ ਇਹ ਸਾਰਾ ਮਤਲਬ ਐਕਚੁਅਲ ਡੈਮੋਕ੍ਰੇਸੀ ਹੁੰਦੀ ਤੇ ਇੱਕ ਪਰਿਵਾਰ ਦਾ ਗਲਵਾ ਨਾ ਹੁੰਦਾ ਤੇ ਅੱਜ ਮਤਲਬ ਸਾਡਾ ਅਸੀਂ ਵੀ ਬੁਲੰਦੀਆਂ ਤੇ ਹੁੰਦੇ, ਪਰ ਅਸੀਂ ਬਹੁਤ ਮਤਲਬ ਨਿਮਾਣ ਵੱਲ ਜਾ ਰਹੇ ਹਾਂ। ਸੋ ਇਸ ਬੇਸਿਕ ਸਾਨੂੰ ਮਤਲਬ ਅਸੀਂ ਬਿਮਾਰੀ ਨੂੰ ਨਹੀਂ ਫੜ ਪਾ ਰਹੇ, ਅਸੀਂ ਲਿਫਾਫਾ ਕਲਚਰ ਨੂੰ ਮੇਰੇ ਕੋਲ ਸਮਾਂ ਪੂਰਾ ਮੈਂ ਇੱਕ ਛੋਟਾ ਜਿਹਾ ਕਮੈਂਟ ਗਰੇਵਾਲ ਸਾਹਿਬ ਤੁਹਾਡੇ ਤੋਂ ਜ਼ਰੂਰ ਲਵਾਂਗਾ। ਜੋ ਮੈਂ ਸਵਾਲ ਕਰ ਰਿਹਾ ਸੀ ਕਿ ਜੇਕਰ ਪਾਰਟੀ ਪ੍ਰਧਾਨ ਜਾਂ ਪਾਰਟੀ ਹਾਈ ਕਮਾਨ ਨੇ ਇੱਕ ਨਾਮ ਦੱਸ ਦਿੱਤਾ ਕਿ ਇਹਨਾਂ ਨੂੰ ਅਸੀਂ ਪ੍ਰਧਾਨ ਬਣਾ ਰਹੇ ਹਾਂ, ਤਾਂ ਫਿਰ ਕਿਸੇ ਦੇ ਵਿੱਚ ਨਹੀਂ ਹੁੰਦੀ ਹਿੰਮਤ ਆਮ ਤੌਰ ਤੇ ਜਿਹੜੇ ਮੈਂਬਰ ਚੁਣ ਕੇ ਆਏ ਹੁੰਦੇ ਨੇ ਕਿ ਉਹ ਅਪੋਜ਼ ਕਰ ਦੇਣ ਜਾਂ ਕਹਿ ਦੇਣ ਕਿ ਨਹੀਂ ਅਸੀਂ ਇਸ ਦੇ ਖਿਲਾਫ ਜਾਵਾਂਗੇ। ਬਹੁਤ ਰੇਅਰ ਹੁੰਦਾ ਕਿ ਕਿਤੇ ਹੋ ਰਿਹਾ ਹੋਵੇ, ਪਰ ਆਮ ਤੌਰ ਤੇ ਨਹੀਂ ਹੁੰਦਾ ਐਵੇਂ। ਨਹੀਂ ਜੀ, ਹੋ ਜਾਂਦਾ ਜਦੋਂ ਤੁਹਾਡੀ ਵੋਟ ਗੁਪਤ ਪੈਣੀ ਹੋਵੇ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਵੋਟ ਦੀ ਕੋਈ ਪਛਾਣ ਨਹੀਂ ਹੁੰਦੀ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਜਾਏ ਕਿ ਇੱਕ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਭੰਡਣ ਨਾਲ ਤੁਸੀਂ ਸੰਸਥਾ ਨੂੰ ਕਮਜ਼ੋਰ ਕਰਨ ਦੇ ਰਾਹ ਤੁਰੋ, ਇਹ ਕੰਮ ਨਾ ਕਰੋ, ਕਿਉਂਕਿ ਸੰਸਥਾ ਵਾਕਿਆ ਹੀ ਕਿਸੇ ਇੱਕ ਦੀ ਜ਼ਗੀਰ ਨਹੀਂ ਹੈਗੀ। ਤੁਹਾਨੂੰ ਲੱਗਦਾ ਬੀਬੀ ਜਗੀਰ ਕੌਰ ਦੀਆਂ ਸਟੇਟਮੈਂਟਸ ਕਮਜ਼ੋਰ ਕਰ ਰਹੀਆਂ ਨੇ? ਦੇਖੋ, ਜਦੋਂ ਇਹ ਤਾਂ ਹੁਣ ਅਸੀਂ ਚੋਣ ਤੋਂ ਪਹਿਲਾਂ ਦੇਖਾਂਗੇ ਨਾ ਕਿ ਉਹਨਾਂ ਦਾ ਫੈਸਲਾ ਕੀ ਹੁੰਦਾ। ਅੱਜ ਦੀ ਤਰੀਕ ਦਾ ਉਹ ਇਹ ਗੱਲ ਕਰ ਰਹੇ ਨੇ, ਕੋਈ ਵੀ ਜਿਹੜਾ ਮੈਂਬਰ ਆ ਉਹ ਕਹਿੰਦਾ ਵੀ ਮੈਂ ਇਲੈਕਸ਼ਨ ਲੜਨੀ ਆ, ਉਹਦੇ ਕੋਲ ਅਧਿਕਾਰ ਹੈ। ਪਰ ਜਦੋਂ ਪਾਰਟੀ ਦਾ ਕੋਈ ਫੈਸਲਾ ਹੋ ਜਾਏਗਾ, ਮੈਨੂੰ ਲੱਗਦਾ ਵੀ ਇਹ ਪਰਚੀ ਵਾਲੀ ਜਿਹੜੀ ਗੱਲ ਆ ਉਹਦਾ ਵੀ ਸ਼ਾਇਦ ਅਟਕੀ ਪਾਰਟੀ ਜਿਹੜੀ ਆ ਫੈਸਲਾ ਕਰੇ। ਉਹ ਕੋਈ ਇਹਦੇ ਦੋ ਰਾਵਾਂ ਨਹੀਂ, ਜੇ ਇੱਕ ਦਿਨ ਪਹਿਲਾਂ ਸਾਨੂੰ ਫੈਸਲਾ ਦੱਸ ਸਕਦੇ, 2 ਦਿਨ ਪਹਿਲਾਂ ਵੀ ਦੱਸਿਆ ਜਾ ਸਕਦਾ। ਤੋ ਇਸ ਗੱਲ ਨੂੰ ਜਿਵੇਂ ਕਹਿੰਦੇ ਦਾਗ ਧੋਣ ਵਾਸਤੇ ਬੜੀਆਂ ਸਾਰੀਆਂ ਪ੍ਰੋਸੈਸ ਚੱਲ ਰਹੀਆਂ ਨੇ, ਪਰ ਅਸੀਂ ਇਹ ਚਾਹਾਂਗੇ ਕਿ ਬੀਬੀ ਜੀ ਇੱਕ ਲੋਕਤੰਤਰੀ ਢੰਗ ਨਾਲ ਜਿਹੜੀ ਪਾਰਟੀ ਚੱਲ ਰਹੀ ਆ ਉਸ ਸੰਸਥਾ ਨੂੰ, ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਢਾਉਣ ਦੇ ਪਾਸੇ ਨਾ ਤੁਰਨ। ਮੈਂ ਨਹੀਂ ਕਹਿੰਦਾ ਕਿ ਅੱਜ ਦੀ ਤਰੀਕ ਚੋਂ ਢਾ ਰਹੇ ਨੇ, ਪਰ ਜਿਵੇਂ ਖਾਲਸਾ ਕੁਲਦੀਪ ਸਿੰਘ ਜੀ ਨੇ ਜ਼ਿਕਰ ਕੀਤਾ ਜਾਂ ਹੋਰ ਵੀ ਸਾਡੇ ਭਰਾਵਾਂ ਨੇ ਜ਼ਿਕਰ ਕੀਤਾ, ਜੇ ਉਹ ਗੱਲ ਲਾਗੂ ਹੋ ਜਾਂਦੀ ਆ ਤਾਂ ਫਿਰ ਬੜਾ ਵੱਡਾ ਇੱਕ ਕੌਮ ਦੇ ਲਈ ਘਾਟੇ ਦਾ ਸੌਦਾ, ਤੇ ਅਸੀਂ ਉਸ ਲਾਈਨ ਵਿੱਚ ਖੜ ਜਾਾਂਗੇ ਜਿਹੜੇ ਕਿ ਬਣਾਉਣ ਵਾਲੇ ਨਹੀਂ ਢਾਉਣ ਵਾਲੇ ਵੱਜਾਂਗੇ। ਠੀਕ ਹੈ, ਮੇਰੇ ਕੋਲ ਸਮਾਂ ਅੱਜ ਦੇ ਲਈ ਇੰਨਾ ਹੀ ਸੀ। ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ ਧੰਨਵਾਦ। ਕਾਨੇਕੇ ਜੀ ਔਰ ਕੁਲਦੀਪ ਜੀ ਫਾਈਨਲ ਰਿਐਕਸ਼ਨ ਦੇ ਲਈ ਨਹੀਂ ਆ ਪਾਊਂਗਾ। ਬਹੁਤ ਧੰਨਵਾਦ ਸਾਡੇ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਐਸਜੀਪੀਸੀ ਪ੍ਰਧਾਨ ਦੀ ਚੋਣ ਦੇ ਵਿੱਚ ਹੁਣ ਕਿਸ ਨੂੰ ਪ੍ਰਧਾਨ ਚੁਣਿਆ ਜਾਂਦਾ ਉਸ ਦੇ ਉੱਤੇ ਨਜ਼ਰ ਰਹੇਗੀ, ਕਿਉਂਕਿ ਲਿਫਾਫੇ ਕਲਚਰ ਦਾ ਜ਼ਿਕਰ ਤਾਂ ਬਹੁਤ ਲੰਬੇ ਵੇਲੇ ਤੋਂ ਹੁੰਦਾ ਆਇਆ ਹੈ, ਪਰ ਕੀ ਇਸ ਵਾਰ ਕੁਝ ਵੱਖਰਾ ਹੋਏਗਾ? ਤੇ ਇਸ ਲਿਫਾਫਾ ਕਲਚਰ ਵਾਲਾ ਜਿਹੜਾ ਪੂਰਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਗੱਲ ਤੁਰੀ ਹੋਈ ਹੈ ਜਾਂ ਪੂਰਾ ਜ਼ਿਕਰ ਹੁੰਦਾ ਆਇਆ ਕਿ ਉਸ ਨੂੰ ਤੋੜਨ ਦੇ ਲਈ ਹੀ ਬੀਬੀ ਜਗੀਰ ਕੌਰ ਇਸ ਤਰੀਕੇ ਦੀਆਂ ਸਟੇਟਮੈਂਟ ਦੇ ਰਹੇ ਨੇ ਜਾਂ ਉਹਨਾਂ ਤੋਂ ਦਵਾਈਆਂ ਜਾ ਰਹੀਆਂ ਨੇ। ਖੈਰ ਦੇਖਣਾ ਹੋਏਗਾ 9 ਤਰੀਕ ਨੂੰ ਕੀ ਕੁਝ ਹੁੰਦਾ ਹੈ, ਕਿਉਂਕਿ ਸਾਡੇ ਪੈਨਲਿਸਟ ਦੇ ਵਿੱਚੋਂ ਇਹ ਵੀ ਖਦਸ਼ਾ ਜਤਾ ਗਏ ਕਿ ਬੀਬੀ ਜਗੀਰ ਕੌਰ ਹੀ ਪ੍ਰਧਾਨ ਹੋਣਗੇ, ਕਿ ਵਾਕਈ ਉਹ ਪ੍ਰਧਾਨ ਬਣਨ ਜਾ ਰਹੇ ਨੇ। ਇੰਨੇ ਬਾਗੀ ਸੁਰਾਂ ਦੇ ਬਾਵਜੂਦ ਵੀ 9 ਤਰੀਕ ਦਾ ਇੰਤਜ਼ਾਰ ਲਾਜ਼ਮੀ ਤੌਰ ਤੇ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।